वाहेगुरु जी का खालसा वाहेगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार सारे उच्चारण करो जी सतनाम वाहेगुरु जी। ये इतिहास पहले पातशाह जौहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी बिसिहर देश गए ने। इथों का राजा है सुदरसैन, राजे का भनेवा है इंद्रसैन। इत्थे एक सधारण मनुख जो तरखानी किरत करता है, उसका नाम है भाई झंडा। ये 3 नावां का विशेष करके जिक्र आउंदा है। इंद्रसैन ते जेड़ा तरखानी किरत करने वाला झंडा है, दोवें सतसंगी हैं। दोवें आपस विच बैठ के रब की सिफत सलाह करते ने, भगती करते ने। गुरु नानक साहब महाराज दे नाल इन्हां दोनों की भेंट मुलाकात हुई है। भाई मरदाना जी सबब बने ने। इन्हां दोवां ने सतगुरां नूं बेनती की कि परमात्मा का उस ज्ञानानंद का मिलाप किवें हो सकता है। ये बड़ी अध्यात्मक कथा है। सतगुरु कहन लगे, भाई जे तुसी परमात्मा नूं मिलना है, साडे तो ज्ञान लेना है, तो फिर गुरु दक्षिणा दिओ। इन्हां ने सरबंस जो कुछ भी इन्हां कोल धन दौलत सी, इन्हां ने गुरु जी नूं कहा कि असी तुहानूं मत्था टेकदे हां। गुरु जी ने पूछया कि हुण तुहाडे कोल बाकी की है। कहन लगे जी शरीर। महाराज कहन लगे फिर ये भी दे दिओ।
ਇਹ ਫਿਰ ਉੱਠੇ, ਮੱਥਾ ਟੇਕਿਆ, ਕਹਿਣ ਲੱਗੇ ਜੀ ਸਰੀਰ ਵੀ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਤੁਹਾਡੇ ਕੋਲ ਕੀ ਬਚਿਆ ਹੈ? ਕਹਿਣ ਲੱਗੇ ਜੀ ਅੰਤਿਕਰਨ, ਹਿਰਦਾ। ਸਤਿਗੁਰੂ ਕਹਿੰਦੇ ਇਹ ਵੀ ਦੇ ਦਿਓ, ਇਹ ਵੀ 5 ਤੱਤਾਂ ਤੋਂ ਬਣਿਆ, ਕਿਉਂਕਿ 5 ਤੱਤਾਂ ਦੇ ਅੱਗੋਂ 5 ਵਿਸ਼ੇ ਵੀ ਨੇ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਨਾ ਕਿ ਵਿੱਚ ਧਾਤੂ ਪੰਚ ਆਪ ਪਾਵੈ, ਇਹਨਾਂ 5 ਧਾਤੂਆਂ ਦੇ ਤੱਤਾਂ ਦੇ ਅੱਗੋਂ ਵਿਸ਼ੇ ਨੇ। ਕਹਿਣ ਲੱਗੇ ਜੀ ਅੰਤਿਕਰਨ ਵੀ ਦਿੱਤਾ। ਸਤਿਗੁਰੂ ਕਹਿਣ ਲੱਗੇ ਹੁਣ ਦੱਸੋ ਕੋਈ ਸੰਸਾ। ਇਹਨਾਂ ਨੇ ਆਪਣੇ ਅੰਦਰ ਸੰਕਲਪ ਉਠਾਇਆ ਕਿ ਪੁੱਛ ਲੈਣਾ ਚਾਹੀਦਾ। ਸਤਿਗੁਰੂ ਕਹਿੰਦੇ ਭਾਈ ਸੰਕਲਪ ਨੂੰ ਜਨਮ ਦੇਣਾ ਇਹ ਮਨ ਦਾ ਧਰਮ ਹੈ, ਤੇ ਜਦੋਂ ਤੁਸੀਂ ਅੰਤਿਕਰਨ ਸਾਨੂੰ ਮੱਥਾ ਟੇਕੇ ਉਹਦੇ ਵਿੱਚ ਮਨ ਵੀ ਆ ਗਿਆ। ਕਹਿਣ ਲੱਗੇ ਜੀ ਠੀਕ ਹੈ, ਇਹਨਾਂ ਨਿਸ਼ਚਾ ਕਰ ਲਿਆ ਵੀ ਮਨ ਤੇ ਅਸੀਂ ਦੇ ਦਿੱਤਾ ਹੈ ਗੁਰੂ ਜੀ ਨੂੰ। ਫਿਰ ਸਤਿਗੁਰੂ ਕਹਿਣ ਲੱਗੇ ਵੀ ਜਿਹੜਾ ਨਿਸ਼ਚਾ ਕਰਨਾ ਹੈ ਇਹ ਬੁੱਧੀ ਦਾ ਧਰਮ ਹੈ। ਇਹ ਧਰਮ ਜਿਹੜਾ ਹੈ ਇਹ ਬੁੱਧੀ ਦਾ ਹੈ। ਹੁਣ ਇਹਨਾਂ ਨੇ ਸੁਣ ਇਵ ਦੋਨੋਂ ਚਿਤਵਨ ਲਾਗੇ, ਜਿਨਕੇ ਵੱਡੇ ਭਾਗ ਜਗ ਜਾਗੇ, ਪੁਨ ਗੁਰ ਕਹੇ ਜੇ ਚਿਤਵਨ ਧਾਰੀ, ਯਹੀ ਧਰਮ ਹੈ ਚਿਤ ਮਝਾਰੀ। ਹੁਣ ਇਹਨਾਂ ਨੇ ਚਿਤਵਿਆ ਵੀ ਗੱਲ ਤੇ ਠੀਕ ਹੈ, ਅਸੀਂ ਬੁੱਧੀ ਵੀ ਗੁਰੂ ਨੂੰ ਮੱਥਾ ਟੇਕ ਦਿੱਤੀ, ਮਨ ਵੀ ਟੇਕ ਦਿੱਤਾ, ਪਰ ਜਦੋਂ ਚਿਤਵਨ ਲੱਗੇ ਤੇ ਸਤਿਗੁਰੂ ਕਹਿਣ ਲੱਗੇ ਵੀ ਭਾਈ ਇਹ ਤਾਂ ਚੇਤੇ ਦਾ ਧਰਮ ਹੈ, ਸੁਰਤ ਦਾ। ਜਿਹਦੀ ਸੁਰਤ 70 72 ਹੋ ਜਾਏ ਉਹਨੂੰ ਸਭ ਚੇਤੇ ਵਿਸਰ ਜਾਂਦੇ ਨੇ, ਭੁੱਲ ਜਾਂਦੇ ਨੇ। ਬਹੁਰ ਵਿਚਾਰਤ ਹਉਮੈ ਦੋ, ਮਨ ਬੁੱਧ ਚਿਤ ਅਰਪੇ ਹਮ ਸੋ, ਭਨਤ ਗੁਰੂ ਹਉਮੈ ਤੁਮ ਕੀਨੀ, ਸੋ ਤੋ ਹਮਕੋ ਪੂਰਬ ਦੀਨੀ। ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਜਿਹੜੀ ਤੁਸੀਂ ਇਹ ਹਉਮੈ ਕੀਤੀ ਹੈ ਕਿ ਅਸੀਂ ਮਨ ਦੇ ਦਿੱਤਾ ਹੈ, ਅਸੀਂ ਚਿੱਤ ਦੇ ਦਿੱਤਾ ਹੈ, ਅਸੀਂ ਸੁਰਤ ਬੁੱਧੀ ਦੇ ਦਿੱਤੀ ਹੈ। ਸਤਿਗੁਰੂ ਕਹਿਣ ਲੱਗੇ ਮਤ ਦਾ ਵਿਸ਼ਾ ਹੈ ਭਾਈ, ਇਹ ਤੇ ਤੁਸੀਂ ਸਾਨੂੰ ਪਹਿਲਾਂ ਅਰਪਣ ਕਰ ਚੁੱਕੇ ਹੋ। ਇੱਥੋਂ ਅੱਜ ਦੀ ਕਥਾ ਆਰੰਭ ਹੈ। ਭਨਤ ਗੁਰੂ ਹਉਮੈ ਤੁਮ ਕੀਨੀ, ਸੋ ਤੋ ਹਮ ਕੋ ਪੂਰਬ ਦੀਨੀ। ਇਹ ਤੇ ਤੁਸੀਂ ਸਾਨੂੰ ਪਹਿਲਾਂ ਦੇ ਚੁੱਕੇ ਹੋ ਭਾਈ। ਹਾਂਜੀ। ਅੰਤਿਕਰਨ ਸਰੂਪ ਸੁਚਾਰੋ, ਸੋ ਦੇਹ ਡਾਰੇ ਹਿਰਦੇ ਵਿਸਾਰੋ। ਇਹ 4 ਅੰਤਿਕਰਨ ਦੇ ਵੱਖਰੇ ਵੱਖਰੇ ਰੂਪ ਨੇ, ਮਤ, ਮਨ, ਸੁਰਤ ਤੇ ਬੁੱਧੀ। ਹੁਣ ਇਹ ਜਪਜੀ ਸਾਹਿਬ ਦੇ ਵਿੱਚ ਇਹ ਪਾਠ ਅਸੀਂ ਰੋਜ਼ ਕਰਦੇ ਹਾਂ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਪਰ ਅਸੀਂ ਸਾਰੀਆਂ ਚੀਜ਼ਾਂ ਨੂੰ, ਸਾਨੂੰ ਤੇ ਬਾਈ ਨੇਮ ਵੀ ਨਹੀਂ ਪਤਾ, ਨਾ ਇਹਨਾਂ ਦੀਆਂ ਅੱਗੋਂ ਸਾਨੂੰ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦਾ ਵੀ ਨਹੀਂ ਪਤਾ। ਅਸੀਂ ਕਦੇ ਇਹਨਾਂ ਨੂੰ ਡਿਫਾਈਨ ਨਹੀਂ ਕੀਤਾ, ਵੱਖਰਾ ਵੱਖਰਾ ਨਹੀਂ ਕੀਤਾ, ਜਾਣਦੇ ਹੀ ਨਹੀਂ ਆ। ਅਸੀਂ ਸਾਰਾ ਕੁਝ ਇਕੱਠਾ ਹੀ ਕਰੀ ਜਾਂਦੇ ਹਾਂ। ਮੈਂ ਇਸ ਗੱਲ ਦਾ ਬਹੁਤ ਵਾਰੀ ਆਪ ਜੀ ਨਾਲ ਜ਼ਿਕਰ ਕੀਤਾ ਹੈ ਕਿ ਮੈਂ ਆਪਣੇ ਘਰ ਬੈਠਾ ਸੀ ਤੇ ਬੜੇ ਸਿਆਣੇ ਪੁਰਸ਼ ਅਕਾਲ ਤਖਤ ਦੇ ਜਥੇਦਾਰ ਉਹ ਦਸਤਾਰ ਸਜਾ ਰਹੇ ਨੇ। ਹੋਏਗਾ ਸਵੇਰੇ 8 8:30 9 ਵਜੇ ਦਾ ਟਾਈਮ ਹੋਏਗਾ। ਉਹ ਤਿਆਰ ਹੋ ਰਹੇ ਕਿਸੇ ਬੰਦੇ ਦੀ ਗੱਲ ਕਰਦੇ ਤੇ ਮੈਂ ਕਿਹਾ ਜੀ ਉਹ ਤੇ ਮੂਰਖ ਹੈ। ਤੋ ਦਸਤਾਰ ਸਜਾਉਂਦੇ ਸਜਾਉਂਦੇ ਘੁੰਮ ਕੇ ਸ਼ੀਸ਼ੇ ਵੱਲੋਂ
मेरे वाल मूँह करके कहते भी तेनों पता है मूर्ख कौन होंदा है? हुण मैं चुप। कहते काका मूर्ख वो होंदा है जिहड़ा घर दे भांडे बाहर सुट आवे, वो मूर्ख है। देखो बड़ी कीमती गल है। मूर्ख वो है जिहड़ा अपना नुकसान करे। कहंदे जिहड़ा गवांढियां दे भांडे चुक लियावे वो मूर्ख नहीं हुंदा। जिहड़ा लोकां दे घर अग लावे वो बांदर है, वो मूर्ख नहीं है। अपने घर अग लावे खां जे मूर्ख है। तो जिहड़ा अपना नुकसान करे वो मूर्ख है, जिहड़ा दूजियां दा नुकसान करे वो शातिर है। ये जिमें जिमें तुसी इनू की कहते, इनू कहते किरत मनाओ। जिमें जिमें तुसी कार्यशैली बदलते जाओगे तिवें तिवें तुहाडा नाम बदलता जाएगा। हर बंदे नू एक नाम दे नाल नहीं बुलाया जा सकता। जिमें जिमें उहदी जिम्मेवारी बदलेगी उवें उवें उहदा डेजिग्नेशन, उहदा नाम भी बदल जाएगा। भाई जिहड़े चंबड़दे ने उन्हां नूं भूत कहंदे ने, जिहड़े फड़ के लै जाण उन्हां नूं जमदूत कहंदे ने। वखरा वखरा ना है। और ये साडे बजुर्गां ने नाम रखे ने। ये ना एवें नहीं आए, क्योंकि साडे बजुर्ग तो आप जंगलों चो आए ने। अजे तक तो खोज ये हुई है कि बंदर तो ही ये बंदे का विकास होया है। जिन्ना इहदा विकास होया सारा बंदर तो होया है। तो हौली हौली ये सारियां चीज़ां, ये नाम ये होंद विच आए ने। सो इस करके इनू फिर समझ लेना, संकल्प पैदा करना ये मन का विषय है, निश्चय करना ये बुद्धि का विषय है। गल नू चितवना जां गल नू चेते विच रखना ये सुरती का विषय है। हंकार करना ये मत का विषय है। ताई असी रोज कहने ना सिखां दा मन नीवा मत उच्ची। पर हो की रहा है? मत उच्ची हो रही है, मन नीवा हो रहा है। सिखां दा मन उच्चा हो रहा है, मत नीवी हो रही है। तो चाहिए इसी भी मत उच्ची हुंदी, मन नीवा हुंदा। तो इस करके सतगुरु जी ने जदों कहा कि अंते करण स्वरूप सो चारो, सो दे डारे हृदय बसारो। भाई ये अंते करण दे मत्था टेकण तो बाद ये चारे चीज़ां तुसी सानू समर्पित कर दित्तियां ने। हुण इन्हां नूं छड्ड दिओ। इन्हां नूं छड्ड के फिर दसो भी तुहाडे कोल बाकी की बचिया है। हाँ जी। इनते परे जो वै संदेहु, कहो हम सो उत्तर अब लेहू। इस करके भाई इन ते परे जो है संदेहू, कहो हम सो उत्तर अब लेहू। दसो इन्हां चारां तो जिहड़ी बाहर चीज़ है उन्होंने कहो साडे कोलों आके उत्तर लै लवे। हुण बंदे कोल तां चार चीज़ां ही नहीं भाई, मत है, बुद्ध है, सुरत है। ये चार ही चीज़ां ने और इन्हां दी घाट ते इत्थे संगत विच घड़ी जाती है। इत्थे किसी दे हथ पैर नहीं घड़े जाते। कोई सुनिया कदे संगत विच तुसीं इत्थे आओगे तुहाडे हथ सोहणे हो जाणगे, तुहाडे पैर सोहणे हो जाणगे? नहीं, तुहाडे हत्थां दे कर्म सोहणे हो सकते हैं, उंगलियां दा रंग चेंज नहीं होना, पैरां दा साइज नहीं चेंज होना। पर यह जरूर है जे हत्थां दे काम सोहणे हो गए तो लोग इन्हां हत्थां नूं वड्ढणगे नहीं। लोग तरले करनगे तुहाडे कि ये दो हाथ साडे सिर ते रख दिओ। जे तुहाडे पैरां दे रस्ते ठीक हो गए तो हर बंदा हाथ जोड़ेगा भी किसी दिन ये दो पैर साडे घर भी पा दिओ।
ਤੁਹਾਡੇ ਪੈਰਾਂ ਦੇ ਰਸਤੇ ਸੋਹਣੇ ਹੋਣਗੇ, ਹੱਥਾਂ ਦੇ ਕੰਮ ਸੋਹਣੇ ਹੋਣਗੇ। ਤੇ ਜਦੋਂ ਤੁਹਾਡੇ ਕਰਮ ਸੋਹਣੇ ਹੋ ਗਏ ਤੇ ਸਾਰੀ ਦੁਨੀਆ ਤੁਹਾਡੇ ਦਰਸ਼ਨਾਂ ਨੂੰ ਲੱਭੇਗੀ। ਆਪਾਂ ਸੋਹਣੇ ਬੰਦੇ ਨੂੰ ਹੀ ਵੇਖਣਾ ਚਾਹੁੰਦੇ ਆ ਨਾ, ਬਦਸੂਰਤ ਨੂੰ ਕੌਣ ਵੇਖਦਾ, ਕਰੂਪ ਨੂੰ ਕੌਣ ਵੇਖਦਾ। ਤੇ ਜਿਹੜੇ ਧਰਮੀ ਲੋਕ ਹੁੰਦੇ ਨੇ ਉਹਨਾਂ ਦੀ ਸ਼ਕਲ ਸੋਹਣੀ ਨਹੀਂ ਹੁੰਦੀ, ਉਹਨਾਂ ਦੀ ਅਕਲ ਸੋਹਣੀ ਹੁੰਦੀ ਹੈ। ਉਹਨਾਂ ਦੇ ਦਰਸ਼ਨਾਂ ਵਾਸਤੇ ਫਿਰ ਦੁਨੀਆ ਪਹੁੰਚਦੀ ਹੈ। ਤਿੰਨ ਕੋ ਪਰਜਾ ਪੂਜਣ ਆਈ, ਫਿਰ ਇਹੋ ਜੀ ਕਰਾਮਾਤ ਹੁੰਦੀ ਹੈ। ਕਿਉਂਕਿ ਇੱਥੇ ਸੁਰਤੀ ਘੜੀ ਜਾਂਦੀ ਹੈ, ਇੱਥੇ ਮਤ ਮਨ ਬੁੱਧ ਦੀ ਘਾੜਤ ਘੜੀ ਜਾਂਦੀ ਹੈ, ਇੱਥੇ ਹੱਥ ਪੈਰ ਨਹੀਂ ਘੜੇ ਜਾਂਦੇ। ਹਾਂਜੀ, ਇਸ ਪ੍ਰਕਾਰ ਕੇ ਸੁਣ ਕਰ ਬੈਨਾ, ਕਰੇ ਵਿਚਾਰ ਜੋ ਇੰਦਰੈ ਸੈਨਾ। ਇਸ ਤਰ੍ਹਾਂ ਦੀ ਜਦੋਂ ਕਥਾ ਸੁਣੀ ਤੇ ਜਿਹੜੇ ਥੋੜੇ ਬਹੁਤੇ ਵਿਚਾਰ ਬਾਕੀ ਬਚੇ ਸੀ ਉਹ ਖਤਮ ਹੋ ਗਏ। ਦੇਖੋ ਅਸੀਂ ਜਿੰਨੇ ਕੁ ਦੁਖੀ ਆ, ਦੁਖੀ ਤਾਂ ਅਸੀਂ ਵਿਚਾਰਾਂ ਕਰਕੇ ਹੀ ਆ ਕਿ ਸਾਡੀਆਂ ਇਹ ਗਿਣਤੀਆਂ ਮੁੱਕਦੀਆਂ ਹੀ ਨਹੀਂ, ਇਹ ਜਮਾ ਘਟਾਓ ਸਾਡੀ ਕਿਤੇ ਜਾਂਦੀ ਨਹੀਂ। ਫਿਰ ਕੋਈ ਨਾ ਕੋਈ ਅੰਦਰ ਫੁਰਨਾ, ਫਿਰ ਕੋਈ ਨਾ ਕੋਈ ਅੰਦਰ ਖਿਆਲ ਪੈਦਾ ਹੋ ਜਾਂਦਾ ਹੈ। ਕਈ ਬੰਦੇ ਤੇ ਤੁਸੀਂ ਵੇਖਿਆ ਹੋਏਗਾ ਕਿ ਅਚਾਨਕ ਅਗਰ ਉਹਨਾਂ ਨੂੰ ਪਰਮਾਤਮਾ ਨੇ ਕੋਈ ਗੋਡ ਗਿਫਟ ਦਿੱਤਾ ਹੈ, ਕੋਈ ਰੱਬ ਦੀ ਕਰਾਮਾਤ ਵਰਤੀ ਹੈ, ਰੱਬ ਨੇ ਤੁਰਠ ਕੇ ਅਚਾਨਕ ਝੋਲੀ ਭਰੀ ਹੈ, ਫਿਰ ਵੀ ਪਛਤਾਵਾ ਹੈ ਕਿ ਮੈਂ ਇੰਨਾ ਕਿਉਂ ਮੰਗਿਆ, ਇਸ ਤੋਂ ਵੱਧ ਕਿਉਂ ਨਹੀਂ ਮੰਗ ਲਿਆ। ਮੇਰੇ ਕੋਲ ਇਸ ਤੋਂ ਵੱਡਾ ਭਾਂਡਾ ਕਿਉਂ ਨਹੀਂ ਸੀ ਹੈਗਾ। ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਫੁਰਨੇ ਕਦੇ ਵੀ ਜੀਵਨ ਵਿੱਚ ਤੁਹਾਨੂੰ ਸ਼ੁਕਰਾਨਾ ਨਹੀਂ ਕਰਨ ਦੇਣਗੇ, ਤੁਹਾਨੂੰ ਸਹਿਸਿਆਂ ਦੀ ਦੁਨੀਆ ਦੇ ਵਿੱਚੋਂ ਕਦੇ ਬਾਹਰ ਨਹੀਂ ਨਿਕਲਣ ਦੇਣਗੇ। ਇਹ ਗੱਲ 1975 ਵਿੱਚ ਰਾਮਲੀਲਾ ਗਰਾਊਂਡ ਵਿੱਚ ਇੰਦਰਾ ਗਾਂਧੀ ਨੇ ਕਹੀ ਸੀ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ 300 ਸਾਲਾ ਮਨਾਇਆ ਜਾ ਰਿਹਾ ਹੈ ਤੇ ਉਹ ਕਹਿਣ ਲੱਗੀ ਵੀ ਕਾਸ਼ मुझे पता होता आज इतने मेरे सिख भाई सिख बंधु इकट्ठे होंगे तो मैं दूरबीन लेके आती भी तुसी इन्नी दूर तक बैठे हो भी मैं दूरबीन नाल वेखदी। तो उत्थे जिहड़े जुम्मेवार सज्जण सी उन्हां माइक फड़ के कहा भी बीबी साडी बदकिस्मती भी इहो ही है। कहंदी की? कहते सानू जिन्ना वेख्या वेख्या ही दूरबीन नाल है, सानू नेड़े हो के वेंदा ही कोई नहीं है। हुण कहना की चाहिए सी? कहना उन्होंने चाहिए सी भी मैं इन्ना वड्डा इकट्ठ तुहाडा वेख्या है कि अज मैनू बड़ी खुशी हुई है। जब मैं इस गल दे लई कि अज मैं इस एडे वड्डे इकट्ठ विच हाजिर हाँ, मैं इस गल लई अपने आप नूं खुशकिस्मत समझदी हाँ कि अज मैं भी तुहाडे नाल इत्थे गुरु साहब की शहादत नूं नकमस्तक होण आई हाँ। सो इस करके जिहड़े अंदर दे फुरने ने, ये विचार जिहड़े ने, इन्हां नूं ते खत्म करना है। तुसीं वेख्या होएगा असीं एक बंदे नूं जिंदगी विच हज़ारां हज़ारां वारी मिले आ पर साडीआं गल्लां नहीं मुक्कीआं। बंदे मुक गए, गल्लां अजे भी बाकी रह गईआं। इन्हां विचारां नूं विराम देना है, इन्हां गल्लां नूं रोकना है। ये तां जदों असी इन्हां विचारां नूं विराम देवांगे ते तां जाके साडी सुरती जिहड़ी है वो उस प्रभु परमात्मा दे विच वलीनता हासिल करेगी। हाँ जी। बैठे तब ही लगी समादा,
ਪਿਖਿਓ ਆਤਮਾ ਰੂਪ ਅਬਾਦਾ। ਬੈਠੇ ਤਬ ਹੀ ਲੱਗੀ ਸਮਾਧਾ, ਪਿਖਿਓ ਆਤਮਾ ਰੂਪ ਅਬਾਦਾ। ਫਿਰ ਸਮਾਧੀ ਲੱਗ ਗਈ, ਫੁਰਨੇ ਮੁੱਕ ਗਏ, ਖਿਆਲ ਮੁੱਕ ਗਏ, ਵਿਚਾਰਾਂ ਮੁੱਕ ਗਈਆਂ, ਸੰਸੇ ਮੁੱਕ ਗਏ, ਦੌੜ ਖਤਮ ਹੋ ਗਈ, ਗੱਲਾਂ ਖਤਮ ਹੋ ਗਈਆਂ। ਹੁਣ ਕੀ ਸੀ? ਹੁਣ ਸੁਰਤੀ ਲੱਗ ਗਈ, ਧਿਆਨ ਲੱਗ ਗਿਆ। ਸਮਾਧੀ ਜਿਹੜੀ ਹੈ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਲੱਗੀ ਹੈ ਤੇ ਉਸ ਆਤਮਾ ਰੂਪ ਨੂੰ, ਉਸ ਆਬਾਦ ਪਰਮਾਤਮਾ ਨੂੰ ਤੱਕਿਆ, ਵੇਖਿਆ। ਹੁਣ ਉਸ ਪਰਮਾਤਮਾ ਦੇ ਦਰਸ਼ਨ ਕੀਤੇ ਨੇ। ਇਸ ਬਿਦ ਦੇਹ ਤਿਨ ਕੋ ਉਪਦੇਸਾ, ਬੋਲੇ ਬਾਹੁਰ ਬਚਨ ਜਗ ਤੇਸਾ। ਇਸ ਤਰ੍ਹਾਂ ਦੇ ਉਪਦੇਸ਼ ਦੇਣ ਤੋਂ ਬਾਅਦ ਇਹ ਬਖਸ਼ਿਸ਼ ਕਿ ਉਹਨਾਂ ਨੂੰ ਅਟਲ ਸਮਾਧੀ ਮਿਲ ਗਈ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਬਚਨ ਆਪਣੇ ਮੁਖ ਤੋਂ ਉਚਾਰੇ ਨੇ। ਅਬ ਇਹ ਕੀਜੇ ਖਾਨ ਆਹਾਰਾ, ਮੈਂ ਆਇਸ ਕੋ ਪਾਏ ਵਰਤਾਰਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਹੁਣ ਸਾਰੇ ਭੋਜਨ ਛਕੋ, ਪ੍ਰਸ਼ਾਦਾ ਛਕੋ। ਤਦੋਂ ਫਿਰ ਉਹ ਜਿਹੜਾ ਪ੍ਰਸ਼ਾਦਾ ਭਾਈ ਝੰਡਾ ਆਪਣੇ ਘਰੋਂ ਲੈ ਕੇ ਆਇਆ ਸੀ, ਜਿਹਦੇ 5 ਹਿੱਸੇ ਕੀਤੇ ਗਏ ਸਨ, ਔਰ ਉਹਨਾਂ ਹਿੱਸਿਆਂ ਦੇ ਵਿੱਚੋਂ ਇੱਕ ਹਿੱਸਾ ਜਿਹੜਾ ਸੀ ਭਾਈ ਮਰਦਾਨਾ ਜੀ ਨੇ ਛਕ ਲਿਆ ਸੀ। ਹੁਣ ਬਾਕੀ ਜਿਹੜੇ 4 ਹਿੱਸੇ ਨੇ ਉਹ ਵਰਤਾਉਣਾ ਕੀਤੇ ਗਏ। ਇੱਕ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤਾ ਗਿਆ, ਇੱਕ ਭਾਈ ਇੰਦਰ ਸੈਨ ਨੂੰ ਦਿੱਤਾ ਗਿਆ, ਇੱਕ ਝੰਡੇ ਨੇ ਆਪ ਲਿਆ ਅਤੇ ਇੱਕ ਜਿਹੜਾ ਉਹਦਾ ਹਿੱਸਾ ਸੀ ਉਹ ਭਾਈ ਬਾਲੇ ਨੇ ਆਪ ਛਕਿਆ। ਹਾਂਜੀ। ਸ਼੍ਰੀ ਗੁਰ ਤਬ ਨਿਜ ਕਰ ਮਹਿ ਲੀਨੋ, ਭਗਤ ਜਾਨ ਨਿਜ ਅਚਵਣ ਕੀਨੋ। ਗੁਰੂ ਨਾਨਕ ਦੇ ਪਿਤਾ ਜੀ ਨੇ ਜਿਹੜਾ ਲੰਗਰ ਭੋਜਨ ਛਕਿਆ, ਕਵੀ ਜੀ ਕਹਿੰਦੇ ਇਸ ਕਰਕੇ ਕਿ ਉਸ ਨੂੰ ਸਤਿਗੁਰਾਂ ਨੇ ਰੱਬ ਦਾ ਭਗਤ ਕਰਕੇ ਮੰਨਿਆ ਸੀ। ਹੁਣ ਸਤਿਗੁਰੂ ਦੀ ਜਿਹੜੀ ਮਰਿਆਦਾ ਹੈ ਉਹ ਇੱਥੋਂ ਸਾਨੂੰ ਅੱਜ ਦ੍ਰਿੜ ਹੋਵੇਗੀ। ਗੁਰੂ ਜੀ ਨੇ ਜਿਹੜਾ ਲੰਗਰ ਭੋਜਨ ਛਕਿਆ ਇਸ ਕਰਕੇ ਕਿਉਂਕਿ ਧਰਮੀ ਪੁਰਖ ਸੀ ਝੰਡਾ, ਕਿਰਤੀ ਪੁਰਖ ਸੀ, ਆਪਣੀ ਖੱਟ ਕਮਾ ਕੇ ਖਾਂਦਾ ਸੀ, ਨਾ ਮੰਗ ਕੇ ਖਾਂਦਾ ਸੀ, ਨਾ ਲੁੱਟ ਖੋ ਕੇ ਖਾਂਦਾ ਸੀ। ਹਾਂਜੀ। ਇਹ ਜੇ ਥਾਈ ਤੇ ਠਾਂ ਪ੍ਰਭ ਜੀ ਭੋਜਨ ਖਾਈ। ਇਸੇ ਕਰਕੇ ਜਿੱਥੇ ਰੱਬ ਦੇ ਸੰਤ ਹੁੰਦੇ ਸੀ, ਧਰਮੀ ਲੋਕ ਹੁੰਦੇ ਸੀ, ਉੱਥੇ ਸਤਿਗੁਰੂ ਲੰਗਰ ਭੋਜਨ ਛਕ ਲੈਂਦੇ ਸੀ। ਉਸ ਘਰ ਵਿੱਚੋਂ ਸਤਿਗੁਰੂ ਜੀ ਆਹਾਰ ਭੋਜਨ ਜਿਹੜਾ ਸੀ ਉਹ ਪਾ ਲੈਂਦੇ ਸੀ। ਹਾਂਜੀ। ਨਾਤਰ ਪਾਉਣ ਆਹਾਰੀ ਰਹਿੀ, ਜੋ ਕਿੰਕਰ ਕੇ ਕਲਮਲ ਦਹੀ। ਨਹੀਂ ਤਾਂ ਸਤਿਗੁਰੂ ਪਾਉਣ ਆਹਾਰੀ ਹੀ ਰਹਿੰਦੇ ਸਨ। ਬਿਨਾਂ ਕਿਸੇ ਸੰਤ ਪੁਰਖ ਦੇ ਘਰ ਤੋਂ ਸਤਿਗੁਰੂ ਛਕਦੇ ਹੀ ਨਹੀਂ ਸੀ। ਇਹ ਸਾਡੇ ਬਜ਼ੁਰਗਾਂ ਦਾ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਇੱਕ ਤੱਤ ਸੀ ਕਿ ਜੈਸਾ ਅੰਨ ਵੈਸਾ ਮਨ। ਤੁਸੀਂ ਜਿਹੋ ਜਿਹਾ ਭੋਜਨ ਕਰੋਗੇ, ਭੋਜਨ ਕਰਨ ਤੋਂ ਬਾਅਦ ਤੁਹਾਡੀ ਮਨ ਦੀ ਅਵਸਥਾ ਜਿਹੜੀ ਉਹੋ ਜਿਹੀ ਬਣੇਗੀ। ਜਿਹੋ ਜਿਹੇ ਘਰ ਵਿੱਚੋਂ ਆਇਆ ਹੋਏਗਾ, ਜਿਹੋ ਜਿਹੇ ਲੋਕਾਂ ਨੇ ਉਹਨੂੰ ਪੱਕਿਆ ਪਕਾਇਆ ਹੋਏਗਾ। ਹਾਂਜੀ। ਅਚਬਿਹੁ ਅਰਧ ਅਸਣ ਗੁਰੂ ਜਬ ਹੀ, ਪੁਨ ਝੰਡੇ ਕੋ ਦੀਨੋ ਤਬ ਹੀ। ਸਤਿਗੁਰੂ ਜੀ ਨੇ ਆਪਣੇ ਭੋਜਨ ਦੇ ਵਿੱਚੋਂ ਕੁਝ ਭੋਜਨ ਹੋਰ ਭਾਈ ਝੰਡੇ ਨੂੰ ਦੇ ਦਿੱਤਾ। ਆਪਣੀ ਥਾਲੀ ਦੇ ਵਿੱਚੋਂ ਸਤਿਗੁਰੂ ਭਾਈ ਝੰਡੇ ਨੂੰ ਭੋਜਨ ਦਿੰਦੇ ਨੇ। ਹਾਂਜੀ। ਹਿਤ ਕਰ ਕੀਨੋ ਖਾਣ ਤੇ ਨਾ, ਖੁੱਲ ਗੇ ਬਿਕਟ ਕਪਾਟ। ਸਤਿਗੁਰੂ ਜੀ ਦੇ ਬਖਸ਼ੇ ਹੋਏ ਹੋਰ ਭੋਜਨ ਨੂੰ ਛਕਦੇ ਆ, ਝੰਡੇ ਦੇ ਕਪਾਟ ਖੁੱਲ੍ਹਦੇ ਨੇ।
ਉਹਦੇ ਜਿਹੜੇ ਦਰਵਾਜ਼ੇ ਸੀ ਉਹ ਸਾਰੇ ਹੀ ਖੁੱਲ ਗਏ। 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਹੁਣ ਉਹ ਜਿਹੜਾ 10ਵਾਂ ਸੀ ਉਹ ਵੀ ਖੁੱਲ ਗਿਆ। ਹਾਂਜੀ, ਭਰਮ ਮੋਹ ਕੋ ਨਸ਼ਟ ਕੀਏ, ਦਵੈਤੇ ਸਾਕਰ ਕਾਟ। ਤੇ ਜਦੋਂ ਖੁੱਲਿਓ ਕਪਾਟ ਤਾਂ ਇਹ ਮਨ ਠਹਿਰਾਈ, ਮਨ ਜਿਹੜਾ ਸੀ ਉਹ ਟਿਕ ਗਿਆ। ਭਰਮ ਮੋਹ ਕੋ ਨਸ਼ਟ ਕੀਏ, ਦਵੈਤੈ ਸਾਕਰ ਕਾਟ। ਭਰਮ ਦੇ ਮੋਹ ਜਿਹੜੇ ਸੀ ਉਹ ਸਾਰੇ ਨਸ਼ਟ ਹੋ ਗਏ। ਜਿਹੜੀ ਦੂਈ ਦਵੈਤ ਦੀ ਮਨੁੱਖ ਦੇ ਅੰਦਰ ਸੰਗਲੀ ਪਾਈ ਹੋਈ ਸੀ, ਜਿਹਦੇ ਵਿੱਚ ਮਨੁੱਖ ਬੱਧਾ ਹੋਇਆ ਸੀ, ਉਹ ਸੰਗਲੀ ਦੀਆਂ ਫਾਹੀਆਂ ਜਿਹੜੀਆਂ ਸੀ ਉਹ ਕੱਟ ਗਈਆਂ। ਹਾਂਜੀ, ਟਿਕ ਗੀ ਬ੍ਰਿਤ ਸਮਾਦ ਲਗਾਈ, ਭਇਓ ਬਦੇ ਸੈਨ ਸੁਧ ਤਨ ਕਾਈ। ਫਿਰ ਝੰਡੇ ਦੀ ਸਮਾਧੀ ਲੱਗਦੀ ਹੈ। ਭਇਓ ਬਦੇ, ਬੈਠਾ ਬੈਠਾ, ਜਿਵੇਂ ਸਾਨੂੰ ਅਹਿਸਾਸ ਰਹਿੰਦਾ ਹੈ ਕਿ ਸਾਡਾ ਸਰੀਰ ਸਾਡੇ ਕੋਲ ਹੈ, ਉਹਦੀ ਅਵਸਥਾ ਇਹ ਹੈ ਵੀ ਉਹ ਸਰੀਰ ਵਿੱਚ ਹੋ ਕੇ ਵੀ ਸਰੀਰ ਤੋਂ ਮੁਕਤ ਹੈ। ਸੁਧ ਤਨ ਨਹਿ ਕਾਈ, ਹੁਣ ਉਹਨੂੰ ਆਪਣੇ ਸਰੀਰ ਦੀ ਕੋਈ ਖਬਰ ਨਹੀਂ ਹੈ। ਸਰੀਰ ਵਿੱਚ ਹੁੰਦਿਆਂ ਵੀ ਉਹ ਸਰੀਰ ਤੋਂ ਬਾਹਰ। ਐਸੀ ਸਤਿਗੁਰੂ ਜੀ ਨੇ ਉਸ ਨੂੰ ਅਵਸਥਾ ਬਖਸ਼ੀ ਹੈ। ਹਾਂਜੀ, ਦੋਨੋਂ ਬੈਠੇ ਹੋਏ ਅਡੋਲਾ, ਸੁਖ ਆਤਮ ਕੋ ਪਾਏ ਅਮੋਲਾ। ਇਹ ਅਵਸਥਾ ਭਾਈ ਇੰਦਰ ਸੈਨ ਦੀ ਵੀ ਬਣੀ, ਭਾਈ ਝੰਡੇ ਦੀ ਵੀ ਬਣੀ, ਔਰ ਦੋਵਾਂ ਨੇ ਸੁਖ ਆਤਮ ਕੋ ਪਾਏ ਅਮੋਲਾ। ਉਹ ਆਤਮਾ ਦਾ ਸੁਖ ਜਿਹੜਾ ਅਮੁੱਲ ਹੈ, ਜਿਹਦੀ ਦੁਨੀਆ ਵਿੱਚ ਕੀਮਤ ਕੋਈ ਨਹੀਂ ਹੈ, ਜਿਹਨੂੰ ਦੁਨੀਆ ਦੇ ਵਿੱਚੋਂ ਮੁੱਲ ਨਹੀਂ ਖਰੀਦਿਆ ਜਾ ਸਕਦਾ, ਉਹ ਸੁਖ, ਉਹ ਆਤਮਕ ਆਨੰਦ ਅੱਜ ਮਾਣਿਆ ਹੈ। ਹਾਂਜੀ, ਤੀਨ ਪਹਿਰ ਬੀਤੇ ਇਸ ਭਾਂਤੀ, ਰਹੇਗੀ ਏਕ ਜਾਮ ਜਬ ਰਾਤੀ। ਇਸ ਤਰ੍ਹਾਂ ਸਾਰੀ ਰਾਤ ਬਤੀਤ ਹੋ ਗਈ, 3 ਪਹਿਰ ਚਲੇ ਗਏ, ਤਕਰੀਬਨ 9 ਘੰਟੇ ਹੋ ਗਏ ਸਮਾਧੀ ਲੱਗੀ। ਹੁਣ ਚੌਥਾ ਪਹਿਰ ਜਦੋਂ ਸੁਬਾਹ ਦਾ ਚੜ੍ਹਿਆ ਹੈ। ਹਾਂਜੀ, ਉਠ ਕਰ ਕੀਨੋ ਗੁਰੂ ਇਸ਼ਨਾਨਾ, ਬਹੁਰੋ ਸ੍ਰੀ ਸੂਰਜ ਪ੍ਰਗਟਾਨਾ। ਫਿਰ ਸਤਿਗੁਰੂ ਜੀ ਉੱਠੇ ਨੇ, ਇਸ਼ਨਾਨ ਕੀਤਾ ਹੈ, ਜੋ ਉਹਨਾਂ ਦੀ ਨਿਤ ਚਰਿਆ ਸੀ। ਫਿਰ ਸਤਿਗੁਰੂ ਆਪ ਸਮਾਧੀ ਵਿੱਚ ਬੈਠੇ ਨੇ। ਬਹੁਰੋ ਸ਼੍ਰੀ ਸੂਰਜ ਪ੍ਰਗਟਾਨਾ, ਉਸ ਤੋਂ ਬਾਅਦ ਸੂਰਜ ਉਦੇ ਹੋਇਆ ਹੈ। ਹਾਂਜੀ, ਤਿਨੈ ਬੁਲਾਏ ਸਮਾਦ ਛੁਟਾਈ, ਮ੍ਰਿਦਲ ਗਿਰਾ ਬੋਲੇ ਜਗ ਸਾਈ। ਫਿਰ ਸਤਿਗੁਰੂ ਜੀ ਨੇ ਉਹਨਾਂ ਦੀ ਸਮਾਧੀ ਖਲਵਾਈ ਜਦੋਂ ਸੂਰਜ ਚੜ੍ਹ ਗਿਆ। 4 ਪਹਿਰ ਰਾਤ, ਚੌਥਾ ਪਹਿਰ ਸੁਬਾਹ ਦਾ ਵੀ ਉਹਦੇ ਵਿੱਚ ਹੀ ਬਤੀਤ ਹੋ ਗਿਆ। ਮ੍ਰਿਦਲ ਗਿਰਾ ਬੋਲੇ ਜਗ ਸਾਈ, ਤਦੋਂ ਫਿਰ ਸਤਿਗੁਰੂ ਜੀ ਨੇ ਬਹੁਤ ਸੁੰਦਰ ਵਾਕ ਜਿਹੜੇ ਨੇ ਉਹ ਇਹਨਾਂ ਦੋਨਾਂ ਦੇ ਪ੍ਰਤੀ ਬੋਲੇ ਨੇ। ਹਾਂਜੀ, ਇੰਦਰ ਸੈਣ ਮੰਜੀ ਅਬ ਲੀਜੈ, ਪੁਰ ਕੋ ਗੁਰ ਹਵੈ ਰਹਿਣ ਕਰੀਜੈ। ਸਤਿਗੁਰੂ ਕਹਿਣ ਲੱਗੇ, ਇੰਦਰ ਸੈਨ ਭਾਈ ਤੂੰ ਮੰਜੀ ਲੈ, ਭਾਵ ਸਿੱਖੀ ਦੀ ਜ਼ਿੰਮੇਵਾਰੀ ਸੰਭਾਲ। ਤੇ ਇੱਥੋਂ ਦੇ ਜਾਂ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜਾ ਧਰਮ ਹੈ ਉਸ ਨੂੰ ਪ੍ਰਫੁੱਲਤ ਕਰ, ਉਹਨਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ, ਪਸਾਰ ਕਰ। ਹਾਂਜੀ, ਹਾਥ ਬੰਦ ਦਵੈ ਬਿਨੈ ਬਖਾਨੀ, ਭੂ ਕਰ ਤਾਰ ਰੂਪ ਗੁਣ ਖਾਨੀ। ਅੱਗੋਂ ਇੰਦਰ ਸੈਨ ਨੇ ਦੋਵੇਂ ਹੱਥ ਜੋੜੇ, ਕਹਿਣ ਲੱਗਾ, ਦਾਤਾ ਭੋ ਕਰਤਾਰ ਰੂਪ ਗੁਣ ਖਾਨੀ। ਹੇ ਕਰਤਾਰ ਰੂਪ, ਹੇ ਗੁਣਾ ਦੀ ਖਾਨ, ਹੇ ਗੁਰੂ ਨਾਨਕ, ਮੇਰੀ ਇੱਕ ਬੇਨਤੀ ਹੈ।
ਹਾਂਜੀ ਅਬ ਮੁਝ ਰਹੀ ਨਾ ਲਾਲਸ ਐਸੀ, ਆਏ ਅਸ ਆਪ ਕਰਤ ਹੈ ਜੈਸੀ। ਕਹਿਣ ਲੱਗਾ ਜੀ ਹੁਣ ਇੱਛਾ ਹੀ ਨਹੀਂ ਹੈ, ਕੋਈ ਸੰਕਲਪ ਹੀ ਨਹੀਂ ਐਸਾ ਕਿ ਮੈਨੂੰ ਕੋਈ ਜ਼ਿੰਮੇਵਾਰੀ ਮਿਲੇ, ਮੈਂ ਕਿਸੇ ਤਖਤ ਤੇ ਕਿਸੇ ਗੱਦੀ ਤੇ ਗੱਦੀ ਨਸ਼ੀਨ ਹੋਵਾਂ। ਨਹੀਂ, ਕੁਝ ਨਹੀਂ ਚਾਹੀਦਾ। ਹੁਣ ਮੈਨੂੰ ਕਿਸੇ ਵਸਤੂ ਦੀ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਹਾਂਜੀ। ਤੀਨ ਕਾਲ ਜਗ ਜਾਨੋ ਨਾਹੀ, ਜਿਉ ਸਿਆਮਤਾ ਕੱਜਲ ਮਾਹੀ। ਤੀਨ ਕਾਲ ਜਗ ਜਾਨੋ ਨਾਹੀ। ਕਹਿਣ ਲੱਗਾ ਮਹਾਰਾਜ, ਇਹ ਜਿਹੜੇ 3 ਕਾਲ ਨੇ, ਜਿਹੜਾ ਸਮਾਂ ਬੀਤ ਚੁੱਕਾ ਹੈ, ਜਿਹੜਾ ਸਮਾਂ ਬਤੀਤ ਹੋ ਰਿਹਾ ਹੈ, ਜਿਹੜਾ ਸਮਾਂ ਅੱਗੋਂ ਆਉਣਾ ਹੈ, ਜਾਨੋ ਨਾਹੀ, ਮੈਂ ਹੁਣ ਇਸ ਜਗਤ ਨੂੰ 3 ਕਾਲ ਵਿੱਚ ਅਣ ਹੋਇਆ ਜਾਣਦਾ। ਮੇਰੇ ਲਈ ਨਾ ਪਹਿਲਾਂ ਕੁਝ ਹੋਇਆ, ਨਾ ਮੇਰੇ ਲਈ ਅੱਗੋਂ ਕੁਝ ਹੋਣਾ ਹੈ। ਹੁਣ ਇਹ ਅਸਲ ਅਵਸਥਾ ਇਹੋ ਹੀ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਤੇ ਜੇ ਇਹਦੇ ਤੋਂ ਬਾਹਰ ਆ ਜਾਈਏ ਤੇ ਫਿਰ ਭੂਤ ਵੀ ਹੈ, ਭਵਿੱਖ ਵੀ ਹੈ, ਫਿਰ ਤੇ ਵਰਤਮਾਨ ਵੀ ਹੈ ਬਈ। ਕਹਿਣ ਲੱਗਾ ਜੀ ਨਹੀਂ, ਮੇਰੇ ਵਾਸਤੇ ਤਾਂ ਹੁਣ 3 ਕਾਲ ਜਿਹੜੇ ਨੇ ਉਹ ਹੈ ਨਹੀਂ। ਜਿਉਂ ਸਿਆਮਤਾ ਕੱਜਲ ਮਾਹੀ। ਕਹਿੰਦਾ ਮਹਾਰਾਜ, ਜਿਵੇਂ ਸੁਰਮੇ ਦੇ ਵਿੱਚ ਕਾਲਖ ਨਹੀਂ ਹੁੰਦੀ, ਕਿਉਂਕਿ ਉਹ ਤਾਂ ਹੈ ਹੀ ਆਪ ਹੀ ਕਾਲ ਹੈ, ਹੁਣ ਉੱਥੇ ਕਾਲਖ ਦੀ ਕੀ ਲੋੜ ਹੈ। ਜਿਹੜੀ ਕਾਲੀ ਚੀਜ਼ ਹੈ ਤੁਸੀਂ ਚਿੱਟੀ 'ਚੋਂ ਲੱਭ ਸਕਦੇ ਹੋ, ਚਿੱਟੀ 'ਚ ਦੱਸ ਸਕਦੇ ਹੋ ਵੀ ਆਹ ਕਾਲੀ ਹੈ। ਸੁਰਮੇ 'ਚ ਕੀ ਦੱਸੋਗੇ ਵੀ ਸੁਰਮੇ 'ਚ ਕੀ ਕਾਲਾ ਹੈ ਜੀ? ਸੁਰਮਾ ਤੇ ਖੁਦ ਆਪ ਕਾਲਾ ਹੈ। ਕਹਿਣ ਲੱਗਾ ਜੀ ਤੁਸੀਂ ਆਪ 3 ਲੋਕਾਂ ਦੇ ਮਾਲਕ ਹੋ। ਮੈਨੂੰ ਤੇ ਸਮਝ ਆ ਗਈ, ਬੀਤਿਆ ਸਮਾਂ ਵੀ ਤੁਹਾਡਾ, ਜੋ ਬੀਤ ਰਿਹਾ ਉਹ ਵੀ ਤੁਹਾਡਾ, ਜੋ ਅੱਗੋਂ ਬੀਤੇਗਾ ਉਹ ਵੀ ਤੁਹਾਡਾ। ਹਾਂਜੀ। ਸਰਬਮਈ ਪਰਮਾਤਮ ਏਕਾ, ਭਾਵਾ ਤੁਮ ਤੇ ਐਸ ਬਬੇਕਾ। ਪਹਿਲਾਂ ਵੀ ਇਹੋ ਰੱਬ ਸੀ, ਅੱਜ ਵੀ ਉਹ ਰੱਬ ਹੈ, ਅੱਗੋਂ ਵੀ ਉਹੀ ਰੱਬ ਹੋਏਗਾ। ਹੈ ਵੀ ਹੋਸੀ, ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਇਹ ਤੇ ਹੈ ਨਹੀਂ ਵੀ ਪਹਿਲਾ ਰੱਬ ਕੋਈ ਹੋਰ ਸੀ, ਅੱਜ ਦਾ ਰੱਬ ਕੋਈ ਹੋਰ ਹੈ, ਅੱਗੋਂ ਰੱਬ ਕੋਈ ਹੋਰ ਹੋਏਗਾ। ਇਸੇ ਕਰਕੇ ਧਰਮੀ ਆਦਮੀ ਨੂੰ ਕੋਈ ਫਿਕਰ ਨਹੀਂ। ਸਾਨੂੰ ਫਿਕਰ ਹੈ ਵੀ ਅੱਜ ਰਾਜ ਕਿਸੇ ਹੋਰ ਦਾ ਹੈ, ਪਹਿਲਾਂ ਕਿਸੇ ਹੋਰ ਦਾ ਸੀ, ਉਹ ਆਹ ਕਰਦਾ ਸੀ, ਉਹ ਕਰਦਾ ਸੀ। ਅੱਜ ਵਾਲਾ ਰਾਜਾ ਇਹ ਕਰਦਾ, ਹੁਣ ਸਾਨੂੰ ਅਗਲੀ ਵੀ ਚਿੰਤਾ ਹੈ, ਪਤਾ ਨਹੀਂ ਕੱਲ੍ਹ ਨੂੰ ਕਿਹਦਾ ਰਾਜ ਆਏਗਾ, ਕੌਣ ਕੀ ਕਰੇਗਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਦੇਸ਼ ਤਿਸੈ ਆਦੇਸ਼। ਉਸੇ ਨੂੰ ਹੀ ਨਮਸਕਾਰ ਹੈ, ਜਿਹੜਾ ਪਰਮਾਤਮਾ 3 ਲੋਕਾਂ ਦੇ ਵਿੱਚ ਵਿਆਪਕ ਹੈ। ਪਹਿਲਾਂ ਵੀ ਸੀ, ਅੱਜ ਵੀ ਹੈ, ਅੱਗੋਂ ਵੀ ਹੋਏਗਾ। ਹਾਂਜੀ। ਨਿਸਚਾ ਦ੍ਰਿੜ ਜਬ ਤਿਨੈ ਲਖਾਇਆ, ਮੰਜੀ ਪਰ ਝੰਡਾ ਬੈਠਾਇਆ। ਤਦੋਂ ਫਿਰ ਸਤਿਗੁਰੂ ਜੀ ਨੇ ਮੰਜੀ ਭਾਈ ਝੰਡੇ ਨੂੰ ਬਖਸ਼ ਦਿੱਤੀ। ਆਖਿਆ ਭਾਈ ਫਿਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਜ਼ਿੰਮੇਵਾਰੀ ਤੂੰ ਸੰਭਾਲ। ਹਾਂਜੀ। ਸਰਬ ਦੇਸ਼ ਕੋ ਸਤਿਗੁਰ ਕਰ ਕੈ, ਪੁਰ ਕੋ ਪਠਾਰ ਜਾਏ ਉਚਰ ਕੈ। ਸਤਿਗੁਰੂ ਜੀ ਨੇ ਉਹਨੂੰ ਪੂਰੇ ਦੇਸ਼ ਦਾ ਮੁਖੀਆ ਥਾਪ ਦਿੱਤਾ, ਜਾਂ ਇਉਂ ਕਹਿ ਲਈਏ ਕਿ ਉਹਨੂੰ ਗੁਰੂ ਸੰਗਿਆ ਪ੍ਰਾਪਤ ਹੋ ਗਈ ਵੀ ਸਭ ਤੋਂ ਮੁਖੀਆ ਜਿਹੜਾ ਆਗੂ ਜਿਹੜਾ ਹੈ, ਵੱਡਾ ਜਿਹੜਾ ਸੀ, ਹੁਣ ਭਾਈ ਝੰਡਾ ਬਣ ਗਿਆ। ਇਉਂ ਸਤਿਗੁਰੂ ਜੀ ਨੇ ਉਸ ਨੂੰ ਆਪਣੇ ਘਰ ਵਿਦਾ ਕੀਤਾ। ਇਉਂ ਸਤਿਗੁਰੂ ਉਸ ਨੂੰ ਆਪਣੇ ਘਰ ਵਿਦਾ ਕਰਦੇ ਨੇ, ਭੇਜਦੇ ਨੇ। ਹਾਂਜੀ। ਭਈ ਪ੍ਰਗਟ ਸਭ ਨਗਰ ਮਝਾਰੂ,
ਵਣਜ ਪਰਸ ਪਰ ਕਰਤ ਉਚਾਰੂ। ਹੁਣ ਇਹ ਗੱਲ ਪੂਰੀ ਨਗਰੀ ਦੇ ਵਿੱਚ ਪ੍ਰਗਟ ਹੋ ਗਈ। ਇੱਕ ਨੇ ਦੂਜੇ ਨੂੰ, ਦੂਜੇ ਨੇ ਤੀਜੇ ਨੇ ਚੌਥੇ ਨੂੰ, ਸਭ ਨੇ ਇੱਕ ਦੂਜੇ ਨੂੰ ਦੱਸ ਦਿੱਤੀ। ਗੱਲ ਜਦੋਂ ਦੰਦ ਕਥਾ ਬਣ ਜਾਏ ਨਾ, ਫਿਰ ਨਹੀਂ ਰੁਕਦੀ। ਸਿੱਖਾਂ ਦੇ ਵਿੱਚ ਗੱਲ ਬੜੀ ਮੰਨੀ ਗਈ ਹੈ, ਕਹਿੰਦੇ ਜਿਹੜੀ ਢਾਡੀਆਂ ਦੀ ਢੱਡ ਤੇ ਚੜ ਗਈ ਨਾ, ਉਹ ਨਾ ਲੁਕੀ। ਜਦੋਂ ਢਾਡੀ ਵਾਰਾਂ ਗਾਉਣ ਲੱਗ ਜਾਣ ਨਾ, ਤੇ ਹੱਥ ਦੇ ਵਿੱਚ ਉਹਨਾਂ ਦੇ ਇੱਕ ਛੋਟੀ ਜੀ ਡੁਗਡੁਗੀ ਜੀ ਹੁੰਦੀ ਹੈ, ਉਹਨੂੰ ਢੱਡ ਕਹਿੰਦੇ ਨੇ। ਤੇ ਜਿਹੜੀ ਢਾਡੀਆਂ ਦੀ ਢੱਡ ਤੇ ਚੜ ਗਈ, ਕਹਿੰਦੇ ਫਿਰ ਉਹ ਤਾਂ ਕੰਨੋ ਕੰਨੀ ਪਹੁੰਚ ਗਈ। ਇਹ ਗੱਲ ਸੁਦਰਸੈਨ ਦੇ ਕੰਨਾਂ ਤੱਕ ਵੀ ਚਲੀ ਗਈ ਵੀ ਤੂੰ ਕਹਿੰਦਾ ਮੈਂ ਰਾਜਾ, ਤੇ ਇੱਥੇ ਕੋਈ ਸੰਤ ਆਇਆ ਤੇ ਉਹ ਤੇ ਤੇਰੇ ਬਰਾਬਰ ਗੱਦੀ ਜਿਹੜੀ ਉਹ ਝੰਡੇ ਨੂੰ ਦੇ ਗਿਆ। ਤੂੰ ਕਹਿੰਦਾ ਮੈਂ ਰਾਜਾ, ਉਹਨੂੰ ਗੁਰੂ ਸਥਾਪਿਤ ਕਰ ਦਿੱਤਾ ਉਸਨੇ, ਬਹੁਤ ਵੱਡਾ ਇਥੋਂ ਦਾ ਮੁਖੀਆ ਬਣਾ ਦਿੱਤਾ ਉਸ ਨੂੰ। ਹਾਂਜੀ। ਹੋਈ ਸੁਦਰਸੈਨ ਸੁਦ ਐਸੇ, ਤਪਾ ਸਾਧ ਕੋ ਬਾਹਰ ਬੈਸੇ। ਸੁਦਰਸੈਨ ਨੂੰ ਪਤਾ ਲੱਗਾ ਵੀ ਕੋਈ ਤਪਾ ਆਇਆ ਹੈ, ਕੋਈ ਸਾਧੂ ਆਇਆ ਹੈ, ਕੋਈ ਸੰਤ ਆਇਆ ਹੈ, ਤੇ ਇਹ ਸਾਰਾ ਕੁਝ ਉਸਨੇ ਕੀਤਾ ਹੈ। ਉਹਨੇ ਇਹ ਸਾਰੀ ਘਟਨਾ ਘਟਾਈ ਹੈ ਕਿ ਉਹਨੇ ਇੱਕ ਵਿਅਕਤੀ ਨੂੰ, ਤੇਰੇ ਦੇਸ਼ ਦੇ ਇੱਕ ਤਰਖਾਣੀ ਕਿਰਤ ਕਰਨ ਵਾਲੇ ਬੰਦੇ ਨੂੰ ਕਹਿ ਦਿੱਤਾ ਹੈ ਕਿ ਭਾਈ ਹੁਣ ਤੂੰ ਇਥੋਂ ਦਾ ਆਗੂ ਤੇ ਮੁਖੀਆ ਹੋਵੇਂਗਾ। ਹਾਂਜੀ। ਝੰਡੇ ਕੋ ਸਤ ਗੁਰੂ ਬਣਾਇਆ, ਸੁਣ ਨਰੇਸ਼ ਨਰ ਏਕ ਪਠਾਇਆ। ਕਿਸੇ ਨੇ ਗੱਲ ਵਧਾ ਚੜਾ ਕੇ ਵੀ ਕਹਿ ਦਿੱਤੀ ਵੀ ਝੰਡਾ ਤੇ ਤੇਰੇ ਦੇਸ਼ ਦਾ ਸਤਿਗੁਰੂ ਬਣ ਗਿਆ। ਇਹ ਗੱਲ ਜਦੋਂ ਸੁਦਰਸੈਨ ਨੇ ਸੁਣੀ ਹੈ, ਸੁਣ ਨਰੇਸ਼ ਨਰ ਏਕ ਪਠਾਇਆ, ਰਾਜਾ ਕਹਿਣ ਲੱਗਾ ਬੁਲਾਓ ਝੰਡੇ ਨੂੰ, ਪੁੱਛ ਲੈਨੇ ਆ ਵੀ ਰਾਜਾ ਮੈਂ ਤੇ ਤੂੰ ਕਿੱਥੋਂ ਦਾ ਸਤਿਗੁਰੂ ਹੈ, ਬਈ ਤੂੰ ਕੌਣ ਹੈ। ਹਾਂਜੀ। ਝੰਡਾ ਇੰਦਰ ਸੈਨ ਤਹਿ ਕਾਲਾ, ਬੈਠੇ ਦਰਸ਼ੈ ਦੀਨ ਦਇਆਲਾ। ਜਿਸ ਦਿਨ ਰਾਜੇ ਨੇ ਝੰਡੇ ਨੂੰ ਬੁਲਾਇਆ, ਉਸ ਦਿਨ ਇਹ ਦੋਵੇਂ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਬੈਠੇ ਸਨ, ਸ਼ਹਿਰ ਤੋਂ ਬਾਹਰ ਬੈਠੇ ਸਨ। ਜਿੱਥੇ ਗੁਰੂ ਸਾਹਿਬ ਰਾਜੇ ਨੇ ਉੱਥੇ ਹੀ ਝੰਡਾ ਤੇ ਇੰਦਰਸੈਨ ਵੀ ਬੈਠੇ ਨੇ। ਹਾਂਜੀ। ਮਾਨਵ ਆਵਤ ਵਾਕ ਅਲਾਵਾ, ਕੌਣ ਤਪਾ ਤੁਮ ਵਿਖੇ ਕਹਾਵਾ। ਇੱਕ ਬੰਦਾ ਆਇਆ ਤੇ ਉਹਨੇ ਵੇਖਿਆ ਵੀ ਇੱਥੇ 5 ਬੰਦੇ ਬੈਠੇ ਨੇ। ਆ ਕੇ ਕਹਿਣ ਲੱਗਾ ਵੀ ਤੁਹਾਡੇ ਚੋਂ ਤਪਾ ਕੌਣ ਹੈ, ਤੁਹਾਡੇ ਵਿੱਚੋਂ ਜਿਹੜਾ ਸੰਤ ਕੋਈ ਸਾਧੂ ਹੈ, ਤਪਾ ਹੈ, ਉਹ ਕੌਣ ਹੈ, ਬਾਹਰੋਂ ਕੌਣ ਆਇਆ ਬਈ ਤੁਹਾਡੇ ਚੋਂ। ਹਾਂਜੀ। ਨਾਮ ਅਹੇ ਸ਼੍ਰੀ ਨਾਨਕ ਜਾ ਕੋ, ਨ੍ਰਿਪਤ ਬੁਲਾਵਤ ਹੈ ਅਬ ਤਾਕੋ। ਉਹਦਾ ਨਾਂ ਨਾਨਕ ਹੈ ਤੇ ਉਸ ਸ਼੍ਰੀ ਨਾਨਕ ਨੂੰ ਰਾਜੇ ਸੁਦਰਸੈਨ ਨੇ ਬੁਲਾਇਆ। ਉਹਨੇ ਸੱਦਿਆ ਵੀ ਤੂੰ ਦੱਸ ਬਈ ਤੇਰੇ ਕੋਲ ਕੀ ਅਥਾਰਟੀ ਹੈ, ਤੇਰੇ ਕੋਲ ਕੀ ਅਧਿਕਾਰ ਹੈ, ਤੇਰੇ ਕੋਲ ਕੀ ਹੱਕ ਹਕੂਕ ਹੈ ਕਿ ਰਾਜ ਮੇਰਾ ਹੋਵੇ ਤੇ ਮੇਰੇ ਰਾਜ ਵਿੱਚ ਤੂੰ ਕਿਸੇ ਨੂੰ ਕਵੇਂ ਵੀ ਹੁਣ ਤੂੰ ਸਾਰਿਆਂ ਤੋਂ ਵੱਡਾ ਹੋਏਗਾ। ਬਈ ਇਹੋ ਜਿਹੇ ਐਲਾਨ ਕਰਨ ਵਾਲਾ, ਇਹੋ ਜਿਹੇ ਅਹੁਦੇ ਪਦਵੀਆਂ ਘੋਸ਼ਿਤ ਕਰਨ ਵਾਲਾ ਇਹ ਨਾਨਕ ਤੂੰ ਕੌਣ ਹੈ ਬਈ। ਕਹਿੰਦੇ ਚਲੋ ਰਾਜੇ ਨੇ ਬੁਲਾਇਆ। ਇੰਦਰ ਸੈਨ ਬੋਲਿਓ ਤਹਿ ਸਾਥਾ, ਮੈਂ ਅਬ ਚਲੋ ਨਿਕਟ ਨਰ ਨਾਥਾ। ਤੇ ਇੰਦਰਸੈਨ ਉਸ ਆਏ ਬੰਦੇ ਨੂੰ ਕਹਿਣ ਲੱਗਾ ਵੀ ਚੱਲ ਮੈਂ ਚੱਲਦਾ। ਉਹਨੂੰ ਕਹਿਣ ਲੱਗਾ ਵੀ ਇਹਨਾਂ ਦੀ ਲੋੜ ਨਹੀਂ ਹੈ, ਤਪੇ ਇਹੋ ਹੀ ਨੇ, ਨਾਨਕ ਇਹ ਨੇ, ਪਰ ਇਹ ਨਹੀਂ ਜਾਣਗੇ ਰਾਜੇ ਕੋਲੇ, ਮੈਂ ਚੱਲਦਾ, ਮੈਂ ਚੱਲ ਕੇ ਰਾਜੇ ਨੂੰ ਦੱਸਦਾ। ਹਾਂਜੀ। ਤੇਹ ਕੋ ਸਭ ਬਿਦ ਕਹਿ ਸਮਝਾਊ, ਬਹੁਰੂ ਆਪ ਪਾਸ ਚੱਲ ਆਊ। ਕਹਿਣ ਲੱਗਾ ਜੀ ਮੈਨੂੰ ਆਗਿਆ ਦਿਓ,
ਮੈਂ ਜਾਵਾਂ ਤੇ ਮੈਂ ਰਾਜੇ ਨੂੰ ਸਾਰੀ ਵਿਥਿਆ ਸਾਰਾ ਘਟਨਾਕ੍ਰਮ ਦੱਸ ਕੇ ਆਵਾਂ। ਤੇ ਬਸ ਉਹਨੂੰ ਦੱਸ ਕੇ ਤੇ ਮੈਂ ਵਾਪਸ ਮੁੜਿਆ। ਮੈਂ ਹੁਣੇ ਤੁਹਾਡੇ ਕੋਲ ਵਾਪਸ ਵੀ ਆਉਣਾ। ਹਾਂਜੀ। ਸ਼੍ਰੀ ਗੁਰ ਭਣੈ ਉਠਿਓ ਤੂੰ ਕੈਸੇ, ਰਹੋ ਨਿਚਿੰਤ ਇਹਾਂ ਢਿਗ ਬੈਸੇ। ਸਤਿਗੁਰੂ ਕਹਿਣ ਲੱਗੇ, ਭਾਈ ਇੰਦਰ ਸੈਨ, ਤੈਨੂੰ ਚਿੰਤਾ ਕਰਨ ਦੀ, ਸੰਸਾ ਕਰਨ ਦੀ ਕੀ ਲੋੜ ਹੈ? ਨਹੀਂ, ਨਾ ਤੈਨੂੰ ਉੱਠਣ ਦੀ ਲੋੜ ਹੈ, ਨਾ ਜਾਣ ਦੀ ਲੋੜ ਹੈ, ਨਾ ਰਾਜੇ ਨੂੰ ਸਮਝਾਉਣ ਦੀ ਲੋੜ ਹੈ। ਤੂੰ ਬੇਫਿਕਰ ਇੱਥੇ ਰਹਿ ਬੈਠ, ਕਿਉਂਕਿ ਸਾਰਾ ਰਾਜ ਹੀ ਉਸ ਪਰਮੇਸ਼ਰ ਦਾ, ਪਰਮਾਤਮਾ ਦਾ ਹੈ। ਰੱਬ ਦੇ ਰਾਜ ਵਿੱਚ ਇਹ ਰਾਜੇ ਵਿਚਾਰੇ ਕੌਣ ਨੇ? ਕਿਉਂਕਿ ਇਸ ਗੁਰੂ ਨਾਨਕ ਦੇ ਘਰ ਦੀ ਆਵਾਜ਼ ਹੈ ਕਿ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਇਸ ਘਰ ਦਾ ਸਿਧਾਂਤ ਹੈ। ਅਰੇ ਜ਼ਰੂਰ ਚੇਤਾ ਰੱਖਣਾ, ਜਿਤਨੀ ਬਾਣੀ ਤੁਹਾਨੂੰ ਪ੍ਰਾਪਤ ਹੋਏਗੀ, ਇਹ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਵੱਖਰੀ ਨਹੀਂ ਹੈ। ਜਾਂ ਇਉਂ ਕਹਿ ਲਈਏ ਕਿ ਜੋ ਬਾਣੀ ਦਾ ਸਿਧਾਂਤ ਹੈ, ਇਹੀ ਗੁਰੂ ਨਾਨਕ ਪਿਤਾ ਜੀ ਦੀ ਵਿਚਾਰਧਾਰਾ ਹੈ। ਉਹਨਾਂ ਦੇ ਕੋਈ ਵੱਖਰੇ ਵਿਚਾਰ ਬਾਣੀ ਤੋਂ ਨਹੀਂ ਸਨ। ਇਸੇ ਕਰਕੇ ਜਿਹੜੀ ਬਾਣੀ ਉਹਨਾਂ ਨੇ ਮੁਖ ਤੋਂ ਉਚਾਰੀ, ਉਹਨਾਂ ਨੇ ਸਾਨੂੰ ਵੀ ਕਿਹਾ ਕਿ ਇਹਨੂੰ ਭਾਈ ਸੱਤ ਸੱਤ ਕਰਕੇ ਜਾਣੋ। ਹਾਂਜੀ। ਇੰਦਰ ਸੈਨ ਤਬ ਬਚਨ ਉਚਾਰਾ, ਹੇ ਪ੍ਰਭ ਸੁਣੋ ਮੁਕੰਦ ਉਦਾਰਾ। ਅੱਗੋਂ ਇੰਦਰ ਸੈਨ ਕਹਿਣ ਲੱਗਾ, ਹੇ ਮੁਕਤੀ ਦੇ ਦਾਤੇ, ਮੇਰੀ ਬੇਨਤੀ ਸੁਣੋਗੇ? ਮੇਰਾ ਜਾਣਾ ਬਣਦਾ ਹੈ, ਤੁਸੀਂ ਮੈਨੂੰ ਘੱਲੋ, ਮੈਂ ਜਾ ਕੇ ਰਾਜੇ ਨੂੰ ਸਮਝਾਉਣਾ। ਹਾਂਜੀ। ਭੂਪਤ ਮਾਤੁਲ ਲਾਗਤ ਹਮਰਾ, ਭੇਦ ਨ ਜਾਣ ਸਕੇ ਸੋ ਤੁਮਰਾ। ਕਹਿਣ ਲੱਗਾ, ਜੀ ਜਿਹੜਾ ਰਾਜਾ ਹੈ ਉਹ ਮੇਰਾ ਮਾਮਾ ਹੈ, ਮੈਂ ਉਹਦਾ ਭਣੇਵਾ ਹਾਂ। ਤੁਹਾਡੇ ਬਾਰੇ ਉਹ ਜਾਣਦਾ ਕੁਝ ਨਹੀਂ ਹੈ। ਪਤਾ ਨਹੀਂ ਬਿਨਾਂ ਸਮਝੇ ਕੀ ਬੋਲੇਗਾ, ਕੀ ਵਿਹਾਰ ਕਰੇਗਾ। ਤੇ ਮੇਰਾ ਤੇ ਮਾਮਾ ਹੈ, ਮੈਂ ਤੇ ਜਾਣਦਾ। ਮੈਂ ਜਾਣਾ ਤੇ ਮੈਂ ਜਾ ਕੇ ਉਹਨੂੰ, ਆਪਣੇ ਮਾਮੇ ਨੂੰ ਸਮਝਾਉਣਾ ਕਿ ਮਾਮਾ ਤੁਹਾਨੂੰ ਕਿਸੇ ਨੇ ਕੀ ਕਿਹਾ ਬਈ। ਕਈ ਵਾਰੀ ਪਤਾ ਵੀ ਨਹੀਂ ਹੁੰਦਾ, ਜਦੋਂ ਕੋਈ ਆਦਮੀ ਸਾਨੂੰ ਬੁਲਾਉਂਦਾ ਹੈ ਤੇ ਸਾਨੂੰ ਖੁਦ ਹੀ ਨਹੀਂ ਪਤਾ ਹੁੰਦਾ ਵੀ ਉਹ ਬੰਦਾ ਸਾਨੂੰ ਕਿਉਂ ਬੁਲਾ ਰਿਹਾ ਹੈ। ਅਸੀਂ ਕਈ ਵਾਰੀ ਉਲਟੀਆਂ ਗਿਣਤੀਆਂ ਗਿਣਦੇ ਬੰਦੇ ਕੋਲ ਤੁਰੇ ਜਾਂਦੇ, ਉਹ ਮੈਨੂੰ ਆਹ ਕਹੂਗਾ, ਮੈਂ ਉਹਨੂੰ ਆਹ ਕਵਾਂਗਾ, ਤੇ ਉਹ ਗੱਲ ਹੁੰਦੀ ਨਹੀਂ, ਗੱਲ ਹੀ ਕੁਝ ਹੋਰ ਹੁੰਦੀ ਹੈ। ਇੰਦਰ ਸੈਨ ਕਹਿਣ ਲੱਗਾ, ਜੀ ਮੈਨੂੰ ਜਾਣ ਦਿਓ, ਮੇਰਾ ਮਾਮਾ ਹੈ, ਮੈਂ ਜਾ ਕੇ ਉਹਦੇ ਨਾਲ ਗੱਲ ਕਰਦਾ। ਹਾਂਜੀ। ਆਏ ਅਸ ਦੀਜੈ ਤੇ ਸਮਝਾਊ, ਜਿਉ ਹੈ ਭਲਾ ਸੋ ਰੀਤ ਬਤਾਊ। ਆਇਸ ਦੀਜੈ ਤੈ ਸਮਝਾਉ, ਜੇ ਤੁਸੀਂ ਆਗਿਆ ਦਿਓ ਤਾਂ ਮੈਂ ਆਪਣੇ ਮਾਮੇ ਨੂੰ ਸਮਝਾ ਕੇ ਆਵਾਂ। ਜਿਉ ਹਵੈ ਭਲਾ ਸੋ ਰੀਤ ਬਤਾਉ, ਤੇ ਮੈਂ ਉਹਨੂੰ ਦੱਸ ਵੀ ਆਵਾਂ ਕਿ ਲੋਕਾਂ ਦੀਆਂ ਗੱਲਾਂ ਨਾ ਸੁਣੀ। ਕਿਉਂਕਿ ਰਾਜਿਆਂ ਦੇ ਬਾਰੇ ਇੱਕ ਗੱਲ ਮੰਨੀ ਗਈ ਹੈ ਕਿ ਰਾਜੇ ਕੰਨਾਂ ਦੇ ਬੜੇ ਹੀ ਕੱਚੇ ਹੁੰਦੇ ਨੇ। ਇਹਦਾ ਅਰਥ ਇਹ ਨਹੀਂ ਕਿ ਰਾਜਿਆਂ ਦੇ ਕੰਨ ਕੱਚੇ ਹੁੰਦੇ ਨੇ, ਨਹੀਂ। ਕਿਉਂਕਿ ਰਾਜਿਆਂ ਨੂੰ ਜੋ ਵੀ ਕੋਈ ਸਮਝ, ਕੋਈ ਗਿਆਨ, ਕੋਈ ਖਬਰ ਮਿਲਦੀ, ਉਹ ਕੰਨਾਂ ਦੇ ਰਾਹੀਂ ਮਿਲਦੀ ਹੈ, ਤੇ ਉਹ ਲਗਾਤਾਰ ਮਿਲਦੀ ਰਹਿੰਦੀ। ਇੱਕ ਆਇਆ ਬੋਲਿਆ, ਦੂਜਾ ਆਇਆ ਬੋਲਿਆ, ਤੀਜਾ ਆਇਆ ਬੋਲਿਆ, ਚੌਥਾ ਆਇਆ ਬੋਲਿਆ। ਹੁਣ ਜੇ ਤੇ ਕੋਈ ਇੱਕ ਦੋ ਬੋਲਣ ਤੇ ਗੱਲ ਉੱਥੇ ਟਿਕ ਜਾਏ, ਜਦੋਂ ਘੜੀ ਘੜੀ ਕਿਸੇ ਨੇ ਆ ਕੇ ਨਵੀਂ ਤੋਂ ਨਵੀਂ ਗੱਲ ਸੁਣਾਈ ਜਾਣੀ ਹੈ, ਤੇ ਉਵੇਂ ਉਵੇਂ ਰਾਜੇ ਦੇ ਵਿਚਾਰ ਬਦਲਦੇ ਤੁਰੇ ਜਾਂਦੇ ਨੇ। ਇਹਦੀ ਬੜੀ ਸੋਹਣੀ ਪਰਿਭਾਸ਼ਾ ਦੱਸੀ ਹੈ ਕਿ ਇਹ ਗੱਲ ਤੁਸੀਂ ਰਾਜੇ ਨੂੰ ਕਹਿਣੀ ਹੋਵੇ, ਕਿਸੇ ਬੰਦੇ ਨੂੰ ਕਹਿਣੀ ਹੋਵੇ ਵੀ ਇਹ ਬੰਦਾ ਬੜਾ ਹੀ ਕੰਨਾਂ ਦਾ ਕੱਚਾ ਹੈ, ਤਾਂ ਕਹਿੰਦੇ ਵੀ ਇਹਦਾ ਮਤਲਬ ਕੀ ਹੈ? ਉਹ ਕਹਿੰਦਾ ਇਹਦਾ ਮਤਲਬ ਇਹ ਵੀ ਕਿਸੇ ਨੇ ਕਿਸੇ ਨੂੰ ਕਿਹਾ ਕਿ ਭਰਾ ਜੀ, ਪਤਾ ਲੱਗਾ ਤੁਹਾਡਾ ਕੰਨ ਜਿਹੜਾ ਉਹ ਕੁੱਤਾ ਲੈ ਗਿਆ, ਉਹ ਵੇਖੋ। ਕਹਿੰਦੇ ਉਹ ਬੰਦੇ ਨੇ ਇੱਦਾਂ ਹੱਥ ਲਾ ਕੇ ਕੰਨ ਨਹੀਂ ਵੇਖਿਆ, ਉਹ ਕੁੱਤੇ ਮਗਰ ਭੱਜ ਪਿਆ ਵੀ ਕਿਤੇ ਉਹ ਨਾ ਹੋਵੇ ਮੁੜ ਕੇ ਕੁੱਤਾ ਲੱਭੇ ਹੀ ਨਾ।
ਨਹੀਂ ਤੇ ਚਾਹੀਦਾ ਤੇ ਇਹ ਹੈ ਨਾ ਵੀ ਕਿਸੇ ਨੇ ਕਿਹਾ ਜੀ ਤੁਹਾਡਾ ਕੰਨ ਕੁੱਤਾ ਲੈ ਗਿਆ ਤੇ ਉਸੇ ਵੇਲੇ ਹੱਥ ਲਾ ਕੇ ਵੇਖ ਲੈਂਦਾ, ਕਹਿੰਦਾ ਵੀ ਮੇਰਾ ਕੰਨ ਤਾਂ ਹੈਗਾ ਮੇਰੇ ਕੋਲੇ, ਤੇਰੀ ਖਬਰ ਗਲਤ ਹੈ ਭਾਈ। ਪਰ ਇੰਨੇ ਕੱਚੇ ਹੁੰਦੇ ਨੇ ਵੀ ਇਹਨਾਂ ਨੇ ਕੋਈ ਤਸੱਲੀ ਕਰਨੀ ਨਹੀਂ, ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹਾਸਲ ਨਹੀਂ ਕਰਨੀ, ਜੋ ਸੁਣਿਆ ਉਹਦੇ ਮਗਰੀ ਤੁਰ ਪਏ। ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ, ਤੁਸੀਂ ਵੇਖਿਆ ਹਿੰਦੁਸਤਾਨ ਦੀ ਜਿਹੜੀ ਜਿਊਰੀ ਹੈ, ਹੁਣ ਉਹਦਾ ਜਿਹੜਾ ਸਿੰਬੋਲਿਕ ਬਣਾਇਆ ਗਿਆ ਹੈ ਉਹ ਇਹ ਹੈ ਕਿ ਜੱਜ ਦੇ ਅੱਖਾਂ ਤੇ ਪੱਟੀ ਬੱਧੀ ਹੋਈ ਹੈ। ਹੁਣ ਸਾਡੇ ਸਾਰੇ ਕਹੀ ਜਾਂਦੇ ਜੀ ਇੱਥੇ ਅੰਧਾ ਕਾਨੂੰਨ ਹੈ, ਕਾਨੂੰਨ ਅੰਧਾ ਨਹੀਂ ਹੈ। ਕਾਨੂੰਨ ਨੇ ਤਾਂ ਕੰਨਾਂ ਦੇ ਰਾਹੀਂ ਤੁਹਾਡੇ ਤੋਂ ਸੁਣਨਾ ਹੈ, ਦੋਸ਼ੀ ਤੋਂ ਵੀ ਸੁਣਨਾ ਹੈ, ਮੁਜਰਮ ਤੋਂ ਵੀ ਸੁਣਨਾ ਹੈ, ਦੋਵਾਂ ਦੇ ਵਕੀਲਾਂ ਤੋਂ ਵੀ ਸੁਣਨਾ ਹੈ। ਉਹਨੇ ਫੈਸਲਾ ਵੇਖ ਕੇ ਨਹੀਂ ਕਰਨਾ, ਕਿਉਂਕਿ ਉਹਨੇ ਤਾਂ ਵੇਖਿਆ ਹੀ ਨਹੀਂ, ਵਾਰਦਾਤ ਪਤਾ ਨਹੀਂ ਕਿੱਥੇ ਹੋਈ ਹੈ। ਪਰ ਉਹਦੀ ਜਿਊਰੀ ਦੇ ਵਿੱਚ ਜੋ ਕੁਝ ਆ ਕੇ ਉੱਥੇ ਗਵਾਹ ਬੋਲਣਗੇ, ਵਿਟਨੈਸ ਬੋਲਣਗੇ, ਜੋ ਮੁਲਜ਼ਮ ਬੋਲੇਗਾ, ਜੋ ਦੋਸ਼ੀ ਉਹ ਬੋਲੇਗਾ, ਜਾਂ ਜਿਹਦੇ ਨਾਲ ਵਾਅਦਾ ਹੋਇਆ ਉਹ ਆ ਕੇ ਜੋ ਕੁਝ ਕਹੇਗਾ, ਉਹਨੇ ਤਾਂ ਉਹਦੇ ਅਨੁਸਾਰ ਫੈਸਲਾ ਦੇ ਦੇਣਾ। ਉਹਨੇ ਕਹਿਣਾ ਭਾਈ ਮੈਂ ਤਾਂ ਇਹ ਸੁਣਿਆ, ਇੱਧਰੋਂ ਇਹ ਸੁਣਿਆ, ਇੱਧਰੋਂ ਇਹ ਸੁਣਿਆ। ਉਹ ਵੇਖ ਕੇ ਫੈਸਲਾ ਨਹੀਂ ਕਰਦਾ। ਇੰਦਰ ਸੈਨ ਕਹਿਣ ਲੱਗਾ ਜੀ ਮੈਨੂੰ ਭੇਜੋ, ਮੈਂ ਜਾ ਕੇ ਆਪਣੇ ਮਾਮੇ ਨੂੰ ਸਮਝਾਵਾਂ ਵੀ ਭਾਈ ਤੇਰੇ ਭਲੇ ਦੀ ਗੱਲ ਵੀ ਇਹ ਨਹੀਂ ਹੈ ਜਿਹੜੀ ਲੋਕ ਤੈਨੂੰ ਦੱਸ ਰਹੇ ਨੇ। ਹਾਂਜੀ। ਲੇਰ ਜਾਹੇ ਨ੍ਰਿਪ ਢਿੱਗ ਗਇਓ, ਆਸ ਮੇਲ ਬਚਨ ਉਚਾਰ। ਇਉਂ ਗੁਰੂ ਜੀ ਤੋਂ ਰਜਾ ਲੈ ਕੇ ਇੰਦਰ ਸੈਨ ਰਾਜੇ ਦੇ ਮਹਿਲਾਂ ਵਿੱਚ ਗਿਆ, ਉਹਦਾ ਮਾਮਾ ਸੀ। ਹੁਣ ਉਹ ਜਾ ਕੇ ਆਪਣੇ ਮਾਮੇ ਨੂੰ ਸੁਦਰ ਸੈਨ ਨੂੰ ਜਾ ਕੇ ਮਿਲਿਆ। ਹਾਂਜੀ। ਸ਼ਰਨ ਗਹੋ ਤੇ ਸੰਤ ਕੀ, ਲੱਖ ਸੂਰੂਪ ਕਰਤਾਰ। ਕਹਿਣ ਲੱਗਾ ਮਾਮਾ ਕਿਹੜੇ ਭੁਲੇਖੇ 'ਚ ਤੁਰਿਆ ਫਿਰਦਾ ਹੈ, ਤੂੰ ਇਹ ਗੁਸਤਾਖੀ ਨਾ ਕਰ ਕਿ ਉਹਨੂੰ ਆਪਣੇ ਦਰਬਾਰ ਵਿੱਚ ਤੂੰ ਤਲਬ ਕਰੇ। ਸਗੋਂ ਚੰਗਾ ਇਹ ਹੈ ਕਿ ਤੇ ਸੰਤ ਕੀ ਗਹੋ ਸ਼ਰਨ, ਲੱਖ ਸਰੂਪ ਕਰਤਾਰ। ਤੂੰ ਉਸ ਸੰਤ ਦੀ ਸ਼ਰਨ ਚਲਾ ਜਾ ਤੇ ਮੈਂ ਤੇਰਾ ਭਣੇਵਾ, ਤੇਰਾ ਆਪਣਾ ਹੀ ਆ ਨਾ, ਮੈਂ ਬਗਾਨਾ ਤੇ ਹੈ ਨਹੀਂ। ਗਲਤ ਸਲਾਹ ਤੇ ਮੈਂ ਤੈਨੂੰ ਦੇਵਾਂਗਾ ਨਹੀਂ, ਕਦੇ ਪਹਿਲਾਂ ਨਹੀਂ ਕਦੇ ਦਿੱਤੀ। ਉਹਨੂੰ ਰੱਬ ਰੂਪ ਸਮਝ ਕੇ ਮੱਥਾ ਟੇਕੀ। ਦੇਖੋ ਮੱਥਾ ਟੇਕਣਾ ਸਾਡੇ ਵਿੱਚ ਮਹਿਜ ਇੱਕ ਰਸਮ ਹੈ। ਨੋ ਰੋਜ਼ ਸੱਸ ਨੂੰ ਟੇਕੀ ਜਾਂਦੀ ਹੈ, ਬੱਚੇ ਵੱਡਿਆਂ ਨੂੰ ਟੇਕੀ ਜਾਂਦੇ ਨੇ, ਤੇ ਅਸੀਂ ਗੁਰਦੁਆਰੇ ਤੋਂ ਲੈ ਕੇ ਮੜੀਆਂ ਮਸਾਣੀਆਂ ਤੱਕ ਸਾਰਿਆਂ ਨੂੰ ਟੇਕੀ ਜਾਂਦੇ ਆ। ਪਰ ਇੱਕ ਵਾਰੀ ਐਸਾ ਵੀ ਹੋਇਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਭਾਈ ਜੇਠੇ ਨੂੰ ਲੋਕਾਂ ਨੇ ਰੱਬ ਸਮਝ ਕੇ ਮੱਥਾ ਟੇਕਿਆ। ਹੁਣ ਜਿੱਦਣ ਆਪਾਂ ਵੀ ਗੁਰੂ ਨੂੰ ਰੱਬ ਸਮਝ ਕੇ ਮੱਥਾ ਟੇਕਾਂਗੇ ਉਦਣ ਪ੍ਰਵਾਨ ਹੋ ਜਾਵਾਂਗੇ। ਪਰ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਆ ਉਹ ਵਿਚਾਰੇ ਕੁਝ ਵੀ ਨਹੀਂ ਹੈਗੇ, ਉਹ ਕੁਝ ਵੀ ਨਹੀਂ ਹੈਗੇ। ਜਿਹੜੇ ਰਾੜੇ ਵਾਲੇ ਸੰਤ ਸੀ ਨਾ, ਉਹ ਇੱਕ ਕਥਾ ਸੁਣਾਉਂਦੇ ਹੁੰਦੇ ਸੀ। ਇਹ ਸਾਖੀ ਨਹੀਂ ਹੈ, ਕਥਾ ਹੈ। ਜਿਵੇਂ ਕਈ ਕਥਾ ਕਹਾਣੀਆਂ ਚੱਲਦੀਆਂ ਨੇ ਦੁਨੀਆ ਵਿੱਚ, ਉਹ ਸੁਣਾਉਂਦੇ ਨੇ ਵੀ ਅਕਬਰ ਬਾਦਸ਼ਾਹ ਪੁੱਛਣ ਲੱਗਾ ਵੀ ਮੈਨੂੰ ਇਹ ਦੱਸੋ ਵੀ ਵੱਡਾ ਪੀਰ ਕੌਣ ਹੈ। ਬੀਰਬਲ ਉੱਠ ਕੇ ਫਟਾਫਟ ਕਹਿਣ ਲੱਗਾ ਜੀ ਜੁੱਤੇ ਸ਼ਾਹ। ਉਹ ਸਾਰੇ ਕਹਿਣ ਲੱਗੇ ਜੀ ਅਸੀਂ ਤੇ ਇਹਦਾ ਨਾਮ ਹੀ ਨਹੀਂ ਸੁਣਿਆ, ਅਸੀਂ ਨਹੀਂ ਇਹਦਾ ਨਾਂ ਸੁਣਿਆ, ਇਹ ਕਿਹੜਾ ਪੀਰ ਹੈ। ਕਿਸੇ ਨੇ ਕਿਸੇ ਦਾ ਨਾਂ ਲਿਆ, ਕਿਸੇ ਨੇ ਕਿਸੇ ਦਾ ਨਾਂ ਲਿਆ, ਕਿਸੇ ਨੇ ਕਿਸੇ ਦਾ ਨਾਂ ਲਿਆ। ਕਹਿੰਦੇ ਇੱਕ ਸਮਾਂ ਆਇਆ ਕਿ ਰਾਜਾ ਬਿਮਾਰ ਹੋ ਗਿਆ,
ਬਿਮਾਰ ਹੋ ਗਿਆ ਤੇ ਬੀਰਬਲ ਕਹਿਣ ਲੱਗਾ ਕਿ ਰਾਜਾ ਤੂੰ ਠੀਕ ਹੋ ਸਕਦਾ ਹੈ, ਪਰ ਜੇ ਜੁੱਤੇ ਸ਼ਾਹ ਦੀ ਕਬਰ ਤੇ ਜਾ ਕੇ ਤੂੰ ਮੱਥਾ ਟੇਕੇ ਤਾਂ। ਉਹ ਕਹਿਣ ਲੱਗਾ ਭਰਾਵਾ ਜਿੱਥੇ ਮਰਜ਼ੀ ਲੈ ਜਾ, ਠੀਕ ਕਰ। ਬੀਰਬਲ ਨੇ ਕੀ ਕੀਤਾ, ਕਹਿੰਦੇ ਦੋ ਵੱਡੀਆਂ ਵੱਡੀਆਂ ਜੁੱਤੀਆਂ ਬਣਾਈਆਂ, ਜਿਵੇਂ ਹਰ ਜੁੱਤੀ ਦੇ ਦੋ ਪੈਰ ਹੁੰਦੇ ਨੇ, ਵੱਡੇ ਵੱਡੇ ਦੋ ਪੈਰ ਬਣਾਏ, ਇੱਕ ਘਰ ਰੱਖ ਲਿਆ ਤੇ ਇੱਕ ਬਾਹਰ ਕਿਤੇ ਦੂਰ ਕਬਰ ਬਣਾਈ, ਉਹਦੇ ਵਿੱਚ ਦਫਨਾ ਦਿੱਤਾ। ਹੁਣ ਅਕਬਰ ਬਾਦਸ਼ਾਹ ਗਿਆ, ਉਹਨੇ ਉੱਥੇ ਜ਼ਿਆਰਤ ਕੀਤੀ। ਹੁਣ ਦਵਾਈ ਬੂਟੀ ਤਾਂ ਚੱਲ ਹੀ ਰਹੀ ਸੀ, ਇੰਨੇ 'ਚ ਉਹ ਠੀਕ ਹੋ ਗਿਆ। ਠੀਕ ਹੋ ਗਿਆ ਤੇ ਬੀਰਬਲ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਸੁਣਾਓ ਜਾਂ ਪਣਾ, ਵੇਖਿਆ ਜੁੱਤੇ ਸ਼ਾਹ ਪੀਰ ਕਿੱਡਾ ਵੱਡਾ ਹੈ, ਤੁਸੀਂ ਉੱਥੇ ਮੱਥਾ ਟੇਕ ਕੇ ਆਏ ਤੇ ਦਵਾਈ ਕਾਟ ਕਰ ਗਈ ਨਾ। ਸਾਡੇ 'ਚ ਵੀ ਇੱਕ ਭਰਮ ਪਾਇਆ ਜਾਂਦਾ ਹੈ ਜੀ, ਉਹਨਾਂ ਚਿਰ ਦਵਾਈ ਨੇ ਵੀ ਅਸਰ ਨਹੀਂ ਕਰਨਾ। ਹੁਣ ਕਿਤੇ ਗੱਲ ਵਿਸ਼ਵਾਸ ਦੀ ਵੀ, ਕਿਤੇ ਅੰਧ ਵਿਸ਼ਵਾਸ ਦੀ ਵੀ ਹੈ। ਬਾਦਸ਼ਾਹ ਕਹਿਣ ਲੱਗਾ ਵੀ ਗੱਲ ਤੇ ਠੀਕ ਹੈ। ਹੁਣ ਬਾਦਸ਼ਾਹ ਜਦੋਂ ਵੀ ਲੰਘੇ ਟੱਪੇ ਉਹ ਉਸ ਕਬਰ ਤੇ ਜਾ ਕੇ ਤੇ ਮੱਥਾ ਜ਼ਰੂਰ ਟੇਕੇ। ਇੱਕ ਦਿਨ ਕੀ ਕੀਤਾ ਬੀਰਬਲ ਨੇ, ਕਹਿੰਦਾ ਬਾਦਸ਼ਾਹ ਉਹ ਜਿਹੜਾ ਜੁੱਤੇ ਸ਼ਾਹ ਦੀ ਕਬਰ ਹੈ ਨਾ ਪੀਰ ਦੀ, ਕਹਿੰਦਾ ਕੋਈ ਪੀਰ ਪੂਰ ਨਹੀਂ ਹੈਗਾ, ਉਹ ਸਭ ਝੂਠ ਹੈ। ਹੁਣ ਅਕਬਰ ਦਾ ਵਿਸ਼ਵਾਸ ਬਣ ਚੁੱਕਿਆ ਸੀ। ਕਹਿੰਦਾ ਤੂੰ ਮੂਰਖ ਹੈ, ਮੈਨੂੰ ਉੱਥੋਂ ਤੰਦਰੁਸਤੀ ਮਿਲੀ ਹੈ, ਸਿਹਤਯਾਬੀ ਮਿਲੀ ਹੈ ਤੂੰ ਕਹਿੰਦਾ ਪੀਰ ਹੀ ਨਹੀਂ ਹੈ। ਕਹਿਣ ਲੱਗਾ ਜੀ ਕੋਈ ਪੀਰ ਨਹੀਂ, ਮੈਂ ਤਾਂ ਉਹਦੀ ਕਬਰ ਹੀ ਢਾਹ ਦੇਣੀ ਹੈ। ਬਾਦਸ਼ਾਹ ਕਹਿਣ ਲੱਗਾ ਵੀ ਮੇਰੇ ਤੋਂ ਮਾੜਾ ਕੋਈ ਨਹੀਂ ਹੋਏਗਾ, ਫਿਰ ਜੇ ਤੂੰ ਉਸ ਪੀਰ ਦੀ ਕਬਰ ਢਾਵੇਂਗਾ ਤੇ। ਹੁਣ ਬੀਰਬਲ ਕਵੇ ਵੀ ਬਾਦਸ਼ਾਹ ਉਹ ਕੋਈ ਪੀਰ ਨਹੀਂ, ਉਹ ਪੀਰ ਕੋਈ ਨਹੀਂ ਹੈ। ਕਹਿੰਦਾ ਫਿਰ, ਕਹਿੰਦਾ ਪੀਰ ਸਿਰਫ ਤੁਹਾਡਾ ਵਿਸ਼ਵਾਸ ਸੀ, ਤੁਹਾਡਾ ਅਕੀਦਾ ਸੀ। ਕਹਿਣ ਲੱਗਾ ਮੈਂ ਕਿਵੇਂ ਮੰਨਾਂ। ਉਹਨੇ ਆਪਣੇ ਘਰੋਂ ਜੁੱਤੀ ਲਿਆਂਦੀ, ਕਹਿੰਦਾ ਜੀ ਆਹ ਦੂਜਾ ਪੈਰ ਹੈ ਪੀਰ ਦਾ, ਤੇ ਪਹਿਲਾ ਪੈਰ ਜਿਹੜਾ ਕਹਿੰਦਾ ਉਹ ਕਬਰ 'ਚ ਪੁੱਟ ਕੇ ਵੇਖ ਲਓ। ਇਹ ਰਾੜੇ ਵਾਲੇ ਸੰਤ ਸਤਸੰਗ ਵਿੱਚ ਸੁਣਾਉਂਦੇ ਹੁੰਦੇ ਸੀ। ਉਹੀ ਗੱਲ ਹੋਈ, ਕਹਿੰਦੇ ਜਦ ਕਬਰ ਪੁੱਟੀ ਇੱਕ ਪੈਰ ਉੱਥੋਂ ਨਿਕਲ ਆਇਆ। ਕਹਿੰਦਾ ਹੁਣ ਦੱਸੋ ਬਾਦਸ਼ਾਹ, ਮੈਂ ਤੁਹਾਨੂੰ ਕਿਹਾ ਸੀ ਨਾ ਇੰਦਰਸੈਨ ਨੇ ਸੁਦਰਸੈਨ ਨੂੰ ਕਿਹਾ ਵੀ ਜਾ ਕੇ ਕਰਤਾਰ ਸਮਝ ਕੇ ਮੱਥਾ ਟੇਕੀ। ਗੁਰੂ ਨਾਨਕ ਨੂੰ ਸ਼ਰਨ ਗਹੋ ਤੇ ਸੰਤ ਕੀ ਲੱਖ ਸਰੂਪ ਕਰਤਾਰ। ਹੁਣ ਆਪਾਂ ਗੁਰੂ ਨਾਨਕ ਨੂੰ ਮੱਥਾ ਤਾਂ ਟੇਕਦੇ ਹਾਂ, ਪਰ ਮੈਨੂੰ ਖਿਮਾ ਕਰਨਾ, ਸਾਡੇ ਲਈ ਗੁਰੂ ਨਾਨਕ ਆ ਜਿੰਨੇ ਜੇਲ੍ਹਾਂ 'ਚ ਬੈਠੇ ਉਹਨਾਂ ਵਰਗੇ ਹੀ ਨੇ। ਉਹ ਇੱਕ ਦਿਨ ਆਸਾ ਰਾਮ ਨੇ ਕਹਿ ਵੀ ਦਿੱਤਾ, ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਜੇਲ੍ਹ 'ਚ ਹੈ, ਕਹਿੰਦਾ ਗੁਰੂ ਨਾਨਕ ਵੀ ਤਾਂ ਗਏ ਥੇ। ਉਹਨੂੰ ਪੁੱਛਿਆ ਵੀ ਗੁਰੂ ਨਾਨਕ ਤੇਰੇ ਵਾਲੇ ਕੰਮ ਕਰਦਾ ਸੀ? ਵੀ ਸ਼ਰਮ ਹੀ ਨਹੀਂ ਆਉਂਦੀ, ਲੱਜਾ ਹੀ ਨਹੀਂ ਆਉਂਦੀ ਗੱਲ ਕਰਨ ਲੱਗਿਆ। ਇੱਕ ਦਿਨ ਹੈਲੀਕਾਪਟਰ ਵਾਲੇ ਨੂੰ ਕਹਿਣ ਲੱਗਾ, ਕਹਿੰਦਾ ਤਿਹਾੜ ਕੇ ਉੱਪਰ ਗੇੜਾ ਲਗਾਓ, ਕभी यहाँ भी आना पड़ सकता है। और रब ने कहा भी ला तेनू घल ही देने आ, तू अगर उत्तों काहनूं वेखना, तू थले चल के वेख। और इस गल दी अज तक इस गल दी लोग कटाक्ष करते हैं कि तू ये किवें कह सकदा भी गुरु नानक भी जेल गए सी। गुरु नानक दे जेल जाण दा अर्थ जीवां दा उधार करना सी। गुरु नानक कोई क्राइम करके नहीं सी गए। तू अपनी तुलना किवें गुरु नानक नाल दे सकदा है भाई? जदों असी परमेश्वर दा रूप जान के गुरु नानक नूं मत्था टेकांगे ते दो पंक्तियां चेता रखनियां, कर डंडौत पुन वड्डा है, कर अंजलि पुन वड्डा है। इत्थे आके झोली अड्डोगे बहुत वड्डा पुन होएगा, इत्थे आके मत्था टेकोगे ये उस तो भी वड्डा पुन होएगा। मत्था टेकना जदों किसी ने ये
ਸ਼ੁਰੂ ਕੀਤਾ ਹੈ ਨਾ, ਮੈਂ ਤਾਂ ਕਹਿੰਦਾ ਉਹਨੂੰ ਨਮਸਕਾਰ ਕਰਨੀ ਚਾਹੀਦੀ ਹੈ। ਜਿਹਨੇ ਸਾਡੇ 'ਚ ਪਹਿਲੀ ਗੱਲ ਤੇ ਪ੍ਰਗਟ ਕਰ ਦਿੱਤੀ ਨਾ ਵੀ ਭਾਈ ਘੱਟੋ ਘੱਟ ਹੋਰ ਨਹੀਂ ਤੇ ਮੱਥਾ ਤਾਂ ਟੇਕੋ ਜਾ ਕੇ। ਉਹਨੂੰ ਪਤਾ ਸੀ ਜੇ ਮੱਥਾ ਟੇਕਣਗੇ ਤੇ ਅੱਗੇ ਤੁਰ ਪੈਣਗੇ। ਹੌਲੀ ਹੌਲੀ ਰੰਗ ਲੱਗੇਗਾ, ਚੇਸ਼ਟਾ ਲੱਗੇਗੀ, ਹੌਲੀ ਹੌਲੀ ਪਿਆਰ ਬਣੇਗਾ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ